ਸਤਿ ਸ਼੍ਰੀ ਅਕਾਲ। ਜਸਟ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਗੱਲ ਕਰਾਂਗੇ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ, ਜੋ ਅੰਡਰਵਰਲਡ ਦੀ ਦੁਨੀਆ ਦੇ ਵਿੱਚ ਛੋਟਾ ਡਾਊਨ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ। 20 ਤੋਂ ਵੱਧ ਅਪਰਾਧਕ ਕੇਸ ਉਸਤੇ ਦਰਜ ਨੇ ਤੇ ਹੁਣ ਇਸ ਦੀ ਗ੍ਰਿਫਤਾਰੀ ਹੋਈ ਹੈ। ਇਸੇ ਦੇ ਆਧਾਰ ਤੇ ਸਾਡੀ ਇਸ ਦੀ ਖਾਸ ਪੇਸ਼ਕਸ਼ ਅਨਮੋਲ ਗ੍ਰਿਫਤਾਰ ਕਿੱਥੋਂ ਤੱਕ ਜੁੜੇ ਤਾਰ। ਤਾਂ ਕੁਝ ਪੁਆਇੰਟਰਸ ਦੇ ਜ਼ਰੀਏ ਸਮਝਾਉਂਦੇ ਆ ਕਿ ਅਨਮੋਲ ਬਿਸ਼ਨੋਈ ਹੈ ਕੌਣ ਹੈ ਤੇ ਇਸ ਕੇਸ ਦੇ ਵਿੱਚ ਹੁਣ ਤੱਕ ਕੀ ਕੁਝ ਹੋਇਆ ਹੈ। ਖਤਰਨਾਕ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਂਦਾ ਗਿਆ ਹੈ। ਅਨਮੋਲ ਬਿਸ਼ਨੋਈ ਸਣੇ 200 ਲੋਕ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨੇ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਅਨਮੋਲ ਬਿਸ਼ਨੋਈ, ਮੂਸੇਵਾਲਾ ਤੇ ਬੱਬਾ ਸਿੱਦੀਕੀ ਕਤਲ ਕਾਂਡ ਚ ਮੋਸਟ ਵਾਂਟਡ ਹੈ। ਸਲਮਾਨ ਖਾਨ ਦੇ ਘਰ ਤੇ ਹੋਈ ਫਾਇਰਿੰਗ ਦਾ ਵੀ ਮੁਲਜ਼ਮ ਹੈ। ਅਨਮੋਲ ਬਿਸ਼ਨੋਈ ਤੇ ਕਰੀਬ 20 ਅਪਰਾਧਕ ਕੇਸ ਦਰਜ ਨੇ। ਦਿੱਲੀ, ਮੁੰਬਈ, ਪੰਜਾਬ, ਹਰਿਆਣਾ ਤੇ ਰਾਜਸਥਾਨ ਚ ਕੇਸ ਦਰਜ ਨੇ। ਐਨਆਈਏ ਨੇ 에ਅਰਪੋਰਟ ਤੋਂ ਗ੍ਰਿਫਤ ਦੇ ਵਿੱਚ ਲਿਆ ਹੈ ਅਨਮੋਲ ਬਿਸ਼ਨੋਈ। ਇਸ ਨੂੰ ਲੈ ਕੇ ਕੁਝ ਸਵਾਲ ਵੀ ਖੜੇ ਹੋ ਰਹੇ ਨੇ ਕਿ ਅਨਮੋਲ ਬਿਸ਼ਨੋਈ ਰਿਪੋਰਟ ਲਾਰੈਂਸ ਦਾ ਪਾਵਰ ਸੈਂਟਰ ਆਫ ਗੁਨਾਹਾਂ ਦਾ ਹੋਏਗਾ ਹਿਸਾਬ, ਐਨਆਈਏ ਨੂੰ ਮਿਲੇਗਾ ਜਵਾਬ। ਲਾਰੈਂਸ ਗੈਂਗ ਦਾ ਸਫਾਇਆ, ਅਨਮੋਲ ਕਿਵੇਂ ਸ਼ਿਕੰਜੇ ਚ ਆਇਆ, ਖੁੱਲੇਗੀ ਗੁਨਾਹਾਂ ਦੀ ਪੋਲ, ਅਮਰੀਕਾ ਤੱਕ ਕਿਵੇਂ ਪੁੱਜਿਆ ਅਨਮੋਲ। ਤਾਂ ਇਹ ਉਹ तमाम ਸਵਾਲ ਨੇ ਜੋ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਨਾਲ-ਨਾਲ ਫਲੈਸ਼ ਹੋ ਰਹੇ ਨੇ। ਸਾਡੇ ਨੰਬਰਸ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਫਲੈਸ਼ ਹੋਣ ਲੱਗੇ ਨੇ। ਤੁਸੀਂ ਇਹਨਾਂ ਨੰਬਰਸ ਤੇ ਕਾਲ ਕਰ ਸਕਦੇ ਹੋ। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਲਾਈਵ ਜੁੜ ਸਕਦੇ ਹੋ ਤੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤਾਂ ਅੱਜ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂ ਅਨਮੋਲ ਬਿਸ਼ਨੋਈ ਤੇ। ਅਨਮੋਲ ਬਿਸ਼ਨੋਈ ਇੱਕ ਕੁਖਿਆਤ ਖੁੰਖਾਰ ਗੈਂਗਸਟਰ ਹੈ ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ। ਕਰੀਬ ਇਸ ਦੀ ਉਮਰ 26 ਸਾਲ ਹੈ। ਇਸ ਵਕਤ ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਗੁਜਰਾਤ ਦੇ ਵਿੱਚ ਬੰਦ ਹੈ। ਉਸਤੇ ਕਈ ਮੁਕੱਦਮੇ ਦਰਜ ਨੇ, 26 ਦੇ ਕਰੀਬ ਮੁਕੱਦਮੇ ਉਸਤੇ ਦਰਜ ਨੇ। ਤੇ ਇਸੇ ਤਰ੍ਹਾਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਉੱਪਰ ਵੀ ਕਤਲ, ਡਕੈਤੀ, ਲੁੱਟਪਾਟ, ਰੰਗਦਾਰੀ ਮੰਗਣ ਦੀਆਂ ਘਟਨਾਵਾਂ ਸਣੇ ਕਈ ਤਰ੍ਹਾਂ ਦੇ ਅਪਰਾਧਕ ਮੁਕੱਦਮੇ ਇਸ ਤੇ ਦਰਜ ਨੇ। ਇਹ 2021 ਦੇ ਵਿੱਚ ਪਹਿਲਾਂ ਨੇਪਾਲ ਗਿਆ, ਫਰਜ਼ੀ ਪਾਸਪੋਰਟ ਬਣਾਇਆ ਭਾਨੂ ਪ੍ਰਤਾਪ ਦੇ ਨਾਮ ਦੇ ਉੱਪਰ। ਉਥੋਂ ਨੇਪਾਲ ਚਲਾ ਗਿਆ, ਨੇਪਾਲ ਤੋਂ ਕੀਨੀਆ ਭੱਜ ਗਿਆ ਤੇ ਕੀਨੀਆ ਹੁੰਦਾ ਹੋਇਆ ਅਮਰੀਕਾ ਚਲ ਗਿਆ। ਉਦੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਜਦੋਂ ਅਮਰੀਕਾ 'ਚ ਇੱਕ ਵਿਆਹ ਸਮਾਗਮ ਜਿਸ ਨੂੰ ਭੰਗੜੇ ਪਾਉਂਦੇ ਦੇਖਿਆ ਗਿਆ। ਉੱਥੇ ਇੱਕ ਗੈਂਗਸਟਰ ਦਾ ਵਿਆਹ ਸੀ ਜੋ ਇੱਥੋਂ ਭੱਜ ਕੇ ਉਧਰ ਗਿਆ ਹੀ। ਉਸਦੇ ਵਿਆਹ ਸਮਾਗਮ ਦੇ ਵਿੱਚ ਇਸ ਨੂੰ ਨੱਚਦੇ ਹੋਏ ਦੇਖਿਆ ਗਿਆ ਤੇ ਉਸ ਤੋਂ ਬਾਅਦ ਹੀ ਇਹ तमाम ਚੀਜ਼ਾਂ ਆਉਣੀਆਂ ਸਾਹਮਣੇ ਹੋਈਆਂ। ਤਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਿਆ ਸੀ। ਅਮਰੀਕਾ ਤੋਂ ਇਸ ਨੂੰ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ। ਇਸ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ ਕਿ ਹੁਣ ਲਾਰੈਂਸ ਦਾ ਮੁੱਖ ਹੈਂਡਲਰ ਸੀ ਅਨਮੋਲ ਬਿਸ਼ਨੋਈ, ਉਸਦਾ ਪਾਵਰ ਸੈਂਟਰ ਆਫ ਹੋ ਗਿਆ। ਪਾਵਰ ਸੈਂਟਰ ਇਸ ਲਈ ਆਫ ਕਿਉਂਕਿ ਵਿਦੇਸ਼ ਤੋਂ ਬੈਠ ਕੇ ਹੀ ਆਪਣੇ ਪੂਰੇ ਗੈਂਗ ਨੂੰ ਇਹ ਕਮਾਂਡ ਦਿੰਦਾ ਸੀ। 1000 ਦੇ ਕਰੀਬ ਸ਼ਾਰਪ ਸ਼ੂਟਰ ਇਹਨਾਂ ਦੇ ਗੈਂਗ ਦੇ ਵਿੱਚ ਭਰਤੀ ਨੇ। ਇਸ ਤੋਂ ਇਲਾਵਾ ਲੋੜ ਪੈਣ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਲੌਜਿਸਟਿਕਲ ਮਦਦ ਵੀ ਇਹੀ ਮੁਹੱਈਆ ਕਰਵਾਉਂਦਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਕਿੱਥੇ ਕੀ ਜ਼ਰੂਰਤ ਹੈ, ਸਾਰੀਆਂ ਚੀਜ਼ਾਂ ਦੀ ਪੂਰਤੀ ਕੀਤੀ ਜਾਂਦੀ ਸੀ। ਕੀ ਵਾਰਦਾਤ ਨੂੰ ਅੰਜਾਮ ਦੇਣਾ, ਕਿਸ ਤਰ੍ਹਾਂ ਦੇ ਨਾਲ ਕਹਾਣੀ ਰਚਨੀ ਹੈ, ਪੂਰਾ ਕਾਂਡ ਕਰਮ ਅਨਮੋਲ ਬਿਸ਼ਨੋਈ ਦੇ ਵੱਲੋਂ ਕੀਤਾ ਜਾਂਦਾ ਸੀ ਤੇ ਕਮਾਂਡ ਦਿੱਤੀ ਜਾਂਦੀ ਸੀ ਆਪਣੇ ਗੈਂਗ ਦੇ ਮੈਂਬਰਾਂ ਨੂੰ। ਅਨਮੋਲ ਬਿਸ਼ਨੋਈ ਦੇ ਸਣੇ 200 ਹੋਰ ਲੋਕ ਨੇ ਜਿਹੜੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨੇ। ਇਹ ਉਹ ਲੋਕ ਨੇ ਅਨਮੋਲ ਬਿਸ਼ਨੋਈ ਦੇ ਸਣੇ ਜੋ ਸਾਰੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਭੱਜ ਗਏ ਸੀ। ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਸ਼ੁਰੂ ਤੋਂ ਹੀ ਗੈਂਗਸਟਰਵਾਦ ਦੀ ਦੁਨੀਆ ਦੇ ਵਿੱਚ ਨਹੀਂ ਸੀ, ਕ੍ਰਾਈਮ ਦੀ ਦੁਨੀਆ ਦੇ ਵਿੱਚ ਨਹੀਂ ਸੀ। ਇੱਕ ਚੰਗੇ ਘਰੋਂ ਸੀ। ਪਿਤਾ ਪੁਲਿਸ ਇੰਸਪੈਕਟਰ ਸੀ ਲਵਿੰਦਰ ਸਿੰਘ। ਦੋਹੇ ਹੀ ਭਰਾ ਚੰਗੀ ਤਰ੍ਹਾਂ ਦੇ ਨਾਲ ਪੜ੍ਹਦੇ ਲਿਖਦੇ ਸੀ। ਲਾਰੈਂਸ ਯੂਨੀਵਰਸਿਟੀ ਆਇਆ, ਇੱਥੋਂ ਹੀ ਗੈਂਗਸਟਰਵਾਦੀ ਦੁਨੀਆ ਦੇ ਵਿੱਚ ਚਲਾ ਗਿਆ ਤੇ ਉਸ ਦੀਆਂ ਪੈੜਾਂ ਤੇ ਪਿੱਛੇ ਗਿਆ ਅਨਮੋਲ ਬਿਸ਼ਨੋਈ। ਵੈਸੇ ਤਾਂ ਇਹ ਪਿੱਛੋਂ ਰਾਜਸਥਾਨ ਦੇ ਨੇ, ਜੈਪੁਰ ਤੋਂ ਨੇ, ਪਰ ਪੰਜਾਬ ਦੇ ਦੁਤਾਰਾਂ ਵਾਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਿਸ਼ਨੋਈ ਸਮਾਜ ਰਹਿੰਦਾ ਹੈ। ਉੱਥੇ ਹੀ ਲਾਰੈਂਸ ਬਿਸ਼ਨੋਈ ਦਾ ਆਪਣਾ ਘਰ ਹੈ, ਪਰ ਹੁਣ ਇਸ ਦੇ ਮਾਂ-ਬਾਪ ਇੱਥੋਂ ਘਰ ਛੱਡ ਕੇ ਜਾ ਚੁੱਕੇ ਨੇ ਤੇ ਰਾਜਸਥਾਨ ਦੇ ਵਿੱਚ ਰਹਿੰਦੇ ਨੇ, ਘਰ ਨੂੰ ਚੰਦਰੇ ਲੱਗੇ ਰਹਿੰਦੇ ਨੇ। ਇੱਥੋਂ ਦਾ ਹੀ ਸਚਨ ਥਾਪੜ ਵੀ ਹੈ ਜਿਸ ਦਾ ਨਾਮ ਵੀ ਆਇਆ ਸੀ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦਾ ਵਿੱਚ। ਲਾਰੈਂਸ ਬਿਸ਼ਨੋਈ ਦੇ ਵੱਲੋਂ ਕਈ ਤਰ੍ਹਾਂ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।
ਉਹ ਕਤਲ ਚਾਹੇ ਮੁੰਬਈ 'ਚ ਬਾਬਾ ਸਿੱਦੀਕੀ ਦਾ ਹੋਵੇ, ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ ਜੋ 29 ਮਈ 2022 ਨੂੰ ਹੋਇਆ ਸੀ, ਜਾਂ ਫਿਰ ਪਿਛਲੇ ਸਾਲ ਹੋਏ ਬਾਬਾ ਸਿੱਦੀਕੀ ਦੇ ਕਤਲ ਦਾ ਕੇਸ ਹੋਵੇ। ਇਸ ਤੋਂ ਇਲਾਵਾ ਸਲਮਾਨ ਖਾਨ ਦੇ ਘਰ ਦੇ ਉੱਪਰ ਫਾਇਰਿੰਗ ਦਾ ਕੇਸ ਵੀ ਸਾਹਮਣੇ ਆਇਆ ਸੀ। ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਵੀ ਇਹਨਾਂ ਦੇ ਕਹਿਣ ਤੇ ਹੀ ਕੀਤੀ ਗਈ ਸੀ। ਰੇਕੀ ਕਰਕੇ ਫਾਇਰਿੰਗ ਕੀਤੀ ਗਈ ਸੀ ਉਸਦੇ ਗਲੈਕਸੀ ਅਪਾਰਟਮੈਂਟ ਤੇ 15 ਸਥਿਤ ਹੈ। ਜੋ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਹੁਣ ਜੇਲ੍ਹ ਜਾਣ ਦੇ ਨਾਲ ਕਿ ਵਾਕਿਆ ਹੀ ਕੋਈ ਰਸਤਾ, ਕੋਈ ਲੂਪ ਹੋਲ ਇਹਨਾਂ ਤੇ ਨਹੀਂ ਬਚਦਾ ਹੈ, ਕਿ ਵਾਕਿਆ ਹੀ ਅਜਿਹਾ ਹੋ ਰਿਹਾ ਹੈ ਕਿ ਹੁਣ ਲਾਰੈਂਸ ਗੈਂਗ ਦਾ ਸਫਾਇਆ ਹੋ ਜਾਏਗਾ। ਕੀ ਇਹ ਸੰਭਵ ਹੈ? ਕਿਉਂਕਿ 1000 ਸ਼ੂਟਰ ਨੇ। ਹਲੇ ਗੋਲਡੀ ਬਰਾਡ ਵੀ ਅਮਰੀਕਾ ਤੋਂ ਕਹਿ ਰਹੇ ਨੇ ਕਿ ਕੈਨੇਡਾ ਭੱਜ ਗਿਆ ਸੀ। ਉਹ ਵੀ ਲਾਰੈਂਸ ਬਿਸ਼ਨੋਈ ਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ। ਗੈਂਗ ਚੱਲ ਰਿਹਾ ਸੀ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਤੋਂ ਬਾਅਦ ਹੁਣ ਗੋਲਡੀ ਬਰਾਡ ਨੂੰ ਵੀ ਰਿਪੋਰਟ ਕੀਤਾ ਜਾਏਗਾ ਫੜ ਕੇ, ਜਾਂ ਫਿਰ ਉਹ ਲੁਕਿਆ ਹੀ ਰਹੇਗਾ। ਇਹ ਉਹ तमाम ਸਵਾਲ ਨੇ ਜੋ ਸਭ ਦੇ ਦਿਮਾਗ ਦੇ ਵਿੱਚ ਆ ਰਹੇ ਨੇ। ਇੱਕ ਵੱਡਾ ਗੈਂਗ, ਕੁਖਿਆਤ ਗੈਂਗਸਟਰ, ਖੁੰਖਾਰ ਗੈਂਗਸਟਰ ਇਹਨਾਂ ਨੂੰ ਆਖਿਆ ਜਾਂਦਾ ਹੈ, ਛੋਟੀ ਉਮਰੇ ਹੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਾ ਵੜੇ ਨੇ। ਸਿਰਫ ਇੰਨੇ ਹੀ ਅਪਰਾਧ ਨਹੀਂ ਹੈ, ਲੁਧਿਆਣਾ ਦੇ ਵਿੱਚ ਵੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਵਪਾਰੀ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਵੀ ਮੰਗੀ ਗਈ ਸੀ ਅਨਮੋਲ ਬਿਸ਼ਨੋਈ ਦੇ ਵੱਲੋਂ, ਤੇ ਰੰਗਦਾਰੀ ਨਾ ਦੇਣ ਦੀ ਸੂਰਤ ਦੇ ਵਿੱਚ ਉਸ ਨੂੰ ਜਾਨੋਂ ਮਾਰਨ ਲਈ ਧਮਕਾਇਆ ਗਿਆ ਸੀ। ਹੁਣ ਜਿਵੇਂ ਹੀ ਅਨਮੋਲ ਬਿਸ਼ਨੋਈ ਭਾਰਤ ਪੁੱਜਿਆ ਤਾਂ 에ਅਰਪੋਰਟ ਤੋਂ ਹੀ NIA ਨੇ ਉਸ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਦਾ ਰਿਮਾਂਡ ਦਿੱਤਾ ਗਿਆ। ਅਨਮੋਲ ਬਿਸ਼ਨੋਈ ਤਾਂ ਭਾਰਤ ਪਹੁੰਚ ਗਿਆ, ਅਮਰੀਕਾ ਨੇ ਰਿਪੋਰਟ ਕਰ ਦਿੱਤਾ। ਹਾਲਾਂਕਿ ਹਵਾਲਗੀ ਦੀ ਪ੍ਰਕਿਰਿਆ ਵੀ ਚੱਲ ਰਹੀ ਸੀ ਕਿ ਇਹਨਾਂ ਨੂੰ ਐਕਸਟ੍ਰਾਡੀਟ ਕੀਤਾ ਜਾਵੇ, ਪਰ ਐਕਸਟ੍ਰਾਡੀਟ ਨਹੀਂ ਹੋਏ, ਇਹਨਾਂ ਨੂੰ ਰਿਪੋਰਟ ਕੀਤਾ ਗਿਆ। ਇਹ ਉਹ ਲੋਕ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਸੀ। ਅਨਮੋਲ ਬਿਸ਼ਨੋਈ ਦੇ ਸਣੇ 200 ਹੋਰ ਲੋਕ ਨੇ ਜੋ ਭਾਰਤ ਪਰਤੇ ਨੇ। ਇਹ ਪੂਰਾ ਤਾਮਝਾਮ, ਪੂਰੀਆਂ ਚਾਲਾਂ ਇਹਨਾਂ ਦੇ ਵੱਲੋਂ ਚਲੀਆਂ ਗਈਆਂ। ਕਈ ਲੋਕਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ। ਕਈ ਅਪਰਾਧਿਕ ਮੁਕੱਦਮੇ ਦਰਜ ਨੇ ਵੀ ਦੇਖੇ। ਅਪਰਾਧਿਕ ਮੁਕੱਦਮੇ ਸਿਰਫ ਪੰਜਾਬ ਹੀ ਨਹੀਂ, ਦਿੱਲੀ, ਰਾਜਸਥਾਨ, ਯੂਪੀ ਦੇ ਵਿੱਚ ਵੀ ਅਪਰਾਧਿਕ ਮੁਕੱਦਮੇ ਇਹਨਾਂ ਦੇ ਦਰਜ ਨੇ। ਇਹ ਇੰਨਾ ਕੁ ਜ਼ਿਆਦਾ ਸ਼ਾਤਰ ਹੈ ਕਿ ਵਿਦੇਸ਼ ਦੇ ਵਿੱਚ ਬੈਠ ਕੇ ਹੀ ਸਭ ਕੁਝ ਹੈਂਡਲ ਕਰ ਲੈਂਦਾ ਸੀ, ਸਾਰੀਆਂ ਚੀਜ਼ਾਂ ਨੂੰ ਵਿਦੇਸ਼ ਤੋਂ ਹੀ ਹੈਂਡਲ ਕਰਦਾ ਸੀ। ਹੁਣ ਜਦੋਂ ਵਿਦੇਸ਼ੀ ਪੁਲਿਸ ਤੋਂ ਨਹੀਂ ਬਚ ਸਕਿਆ, ਉੱਥੇ ਫੜ ਕੇ ਉਹਨਾਂ ਨੇ ਵਾਪਸ ਤੋਰ ਦਿੱਤਾ, ਤਾਂ ਦਿੱਲੀ ਆਉਂਦਿਆਂ ਹੀ NIA ਨੇ ਆਪਣੀ ਕਸਟਡੀ ਦੇ ਵਿੱਚ ਲੈ ਲਿਆ। ਕਿੱਥੇ ਭੇਜਿਆ ਗਿਆ ਹੈ, ਇਹ ਵੀ ਇੱਕ ਸਵਾਲ ਹੈ। ਲਗਾਤਾਰ ਹੀ NIA ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਇਸ ਦੀ ਸਪੁਰਦਗੀ ਦੀਆਂ। 10 ਲੱਖ ਦਾ ਇਨਾਮ ਵੀ ਇਸ ਦੇ ਉੱਪਰ ਰੱਖਿਆ ਗਿਆ ਸੀ, ਤੇ ਜੋ ਇਸ ਦਾ ਪਤਾ ਦੱਸੇਗਾ ਉਸ ਨੂੰ 10 ਲੱਖ ਰੁਪਇਆ ਇਨਾਮ ਦਿੱਤਾ ਜਾਏਗਾ। ਪਰ ਹੁਣ ਕੀ ਹੋਇਆ ਕਿ ਐਕਸਟ੍ਰੈਡੀਸ਼ਨ ਨਹੀਂ ਹੋਈ ਹੈ, ਇਸ ਨੂੰ ਡਿਪੋਰਟ ਕਰ ਦਿੱਤਾ ਗਿਆ, ਦੇਸ਼ ਨਿਕਾਲਾ ਜਿਹੜਾ ਉਹ ਦਿੱਤਾ ਗਿਆ, ਆਪਣੇ ਦੇਸ਼ ਚੋਂ ਕੱਢਿਆ ਗਿਆ, ਕਿਉਂਕਿ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਿਆ ਸੀ। ਕਿ ਹੁਣ ਵਾਕਿਆ ਹੀ ਲਾਰੈਂਸ ਦਾ ਗੈਂਗ ਨਹੀਂ ਚੱਲੇਗਾ, ਕਿ ਪਾਵਰ ਸੈਂਟਰ ਆਫ ਹੋ ਗਿਆ ਹੈ, ਕਿ ਹੁਣ ਅਨਮੋਲ ਬਿਸ਼ਨੋਈ ਆਪਣੇ ਸਾਰੇ ਰਾਜ਼ ਖੋਲੇਗਾ, ਕਿ ਇੱਕ ਇੱਕ ਗੁਨਾਹ ਦੀ ਕੁੰਡਲੀ ਖੋਲੇਗਾ, ਕਿ ਸਾਰੇ ਪੋਲ ਖੋਲੇਗਾ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਸਿੰਡੀਕੇਟ ਕੰਮ ਕਰਦਾ ਹੈ, ਕਿਵੇਂ ਕਿਵੇਂ ਅੱਗੇ ਵਧਦੇ ਨੇ, ਕਿਸ ਤਰ੍ਹਾਂ ਦਾ ਮਰਡਰ ਸਪਰੈਂਟੀ ਹੈ ਇਹਨਾਂ ਦੀ। ਹਰ ਇੱਕ ਚੀਜ਼, ਹਰ ਸਵਾਲ NIA ਦੇ ਵੱਲੋਂ ਪੁੱਛਿਆ ਜਾਣਾ ਹੈ। ਤਾਂ ਦੂਜੇ ਪਾਸੇ ਟੈਨਸ਼ਨ ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਨੂੰ ਹੋਈ ਜਦੋਂ ਇਸ ਨੂੰ ਭਾਰਤ ਭੇਜਿਆ ਗਿਆ ਫੜ ਕੇ। ਟੈਨਸ਼ਨ ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਨੂੰ ਹੋਈ ਕਿਉਂਕਿ ਉਸਦਾ ਛੋਟਾ ਭਾਈ ਹੈ ਅਤੇ ਉਸਦਾ ਸਾਰਾ ਕਾਰੋਬਾਰ ਹੀ ਹੁਣ ਅਨਮੋਲ ਬਿਸ਼ਨੋਈ ਹੀ ਸਾਂਭ ਰਿਹਾ ਸੀ। ਅਜਿਹੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਕੋਲ ਵੀ ਕੁਝ ਵਿਕਲਪ ਨਹੀਂ ਬਚਦਾ ਹੈ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ, ਜਲਦ ਹਾਜ਼ਰ ਹੋਣੇ ਆ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਚਰਚਾ ਮੁਸਲਸਲ ਜਾਰੀ ਹੈ। ਗੱਲਬਾਤ ਕਰ ਰਹੇ ਹਾਂ ਅਨਮੋਲ ਬਿਸ਼ਨੋਈ ਦੀ। ਉਹ ਜਿਵੇਂ ਹੀ ਕੱਲ ਭਾਰਤ ਆਇਆ, ਉਸਨੂੰ ਉੱਥੋਂ ਕੱਢਿਆ ਗਿਆ, ਤਾਂ ਆਉਂਦਿਆਂ ਹੀ 에ਅਰਪੋਰਟ ਤੇ NIA ਨੇ ਆਪਣੀ ਕਸਟਡੀ ਦੇ ਵਿੱਚ ਲੈ ਲਿਆ। ਉਸ ਤੋਂ ਪਹਿਲਾਂ 에ਅਰਪੋਰਟ ਤੇ ਬਹੁਤ ਸਖਤੀ ਕੀਤੀ ਗਈ, ਸਿਕਿਉਰਿਟੀ ਵਧਾਈ ਗਈ, ਡੌਗ ਸਕੁਆਡ ਵੀ ਨਾਲ ਲਿਆਂਦਾ ਗਿਆ। NIA ਨੇ ਇਸ ਨੂੰ
गिरफ्तार करके अदालत विच पेश किया ते अदालत वालों 11 दिनों का NIA ਨੂੰ ਇਸ ਦਾ ਰਿਮਾਂਡ ਦੇ ਦਿੱਤਾ ਗਿਆ ਹੈ। NIA ਹੁਣ ਇਸ ਤੋਂ ਕਈ ਤਰ੍ਹਾਂ ਦੀ ਪੁੱਛਗਿੱਛ ਕਰੇਗੀ। ਕਈ ਮਾਮਲਿਆਂ ਦੇ ਵਿੱਚ NIA ਦੇ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ ਕਿ ਜਿਸ਼ਾਨ ਸਦੀਕੀ ਦਾ ਕਤਲ ਕਿਸ ਦੇ ਵੱਲੋਂ ਕਰਵਾਇਆ ਗਿਆ, ਕਿਸ ਦੇ ਕਹਿਣ ਤੇ ਕਰਵਾਇਆ ਗਿਆ, ਜੇਕਰ ਹਾਂ ਤਾਂ ਕਿੰਨੇ ਹੋਰ ਕਤਲ ਇਸ ਦੇ ਵੱਲੋਂ ਕਰਵਾਏ ਗਏ, ਕਿਉਂਕਿ ਮਾਮਲੇ ਕਈ ਦਰਜ ਨੇ। ਰਾਜਸਥਾਨ ਦੇ ਵਿੱਚ ਰਾਜੂ ਛੇਹੜ ਦੇ ਕਤਲ ਦਾ ਮਾਮਲਾ ਵੀ ਅਨਮੋਲ ਬਿਸ਼ਨੋਈ ਦੇ ਨਾਲ ਜੁੜਿਆ ਹੋਇਆ ਹੈ। ਕਿਸ ਤਰ੍ਹਾਂ ਦੇ ਨਾਲ ਇਹ ਆਪਣੇ ਸਿੰਡੀਕੇਟ ਤੋਂ ਕੰਮ ਕਰਵਾਉਂਦਾ ਸੀ, ਕਿਹਦੇ ਸਹਾਰੇ ਅਮਰੀਕਾ ਦੇ ਵਿੱਚ ਰਿਹਾ, ਉੱਥੇ ਇਸ ਦਾ ਸਾਥ ਕਿਸਨੇ ਦਿੱਤਾ ਹੈ। ਬੀਤੇ ਦਿਨੀ ਬੀਤੇ ਸਾਲ ਇਸ ਨੂੰ ਕੈਲੀਫੋਰਨੀਆ ਸਟੇਟ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤ ਦੇ ਵੱਲੋਂ 163 ਦੀ ਐਪਲੀਕੇਸ਼ਨ ਵੀ ਲਾਈ ਗਈ ਸੀ। ਉਹ ਹਲੇ ਜਿਹੜੀ ਉਪਚਾਰਕ ਜਿਹੜੀ ਕਾਰਵਾਈ ਸੀ ਉਹ ਵਿਚਕਾਰ ਰਹੀ ਸੀ ਕਿ ਅਮਰੀਕਾ ਦੇ ਵੱਲੋਂ ਇਸ ਨੂੰ ਗੈਰ ਕਾਨੂੰਨੀ ਪ੍ਰਵਾਸੀ ਦੱਸਦਿਆਂ ਹੋਇਆਂ ਇਸ ਨੂੰ ਡਿਪੋਰਟ ਕਰ ਦਿੱਤਾ ਗਿਆ। ਉਹਨਾਂ ਜੋ ਡਿਪੋਰਟ ਕੀਤੇ ਗਏ 200 ਲੋਕ ਨੇ, ਉਹਨਾਂ ਦੇ ਨਾਲ ਹੀ ਅਨਮੋਲ ਬਿਸ਼ਨੋਈ ਵੀ ਭਾਰਤ ਆਇਆ। ਦਿੱਲੀ ਦੇ ਇੰਟਰਨੈਸ਼ਨਲ ਇੰਦਰਾ ਗਾਂਧੀ 에ਅਰਪੋਰਟ ਤੇ NIA ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਉਤੋਂ ਹੀ NIA ਇਸ ਨੂੰ ਆਪਣੇ ਨਾਲ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਦੋਂ ਅਦਾਲਤ ਵਿੱਚ ਸੁਣਵਾਈ ਹੋਈ ਤਾਂ ਬਾਹਰ ਬਹੁਤ ਸਿਕਿਉਰਿਟੀ ਕੀਤੀ ਗਈ ਹੈ, ਬਹੁਤ ਸਖਤੀ ਵਰਤੀ ਗਈ ਹੈ। ਪਰਿੰਦਾ ਵੀ ਉੱਥੇ ਪਰ ਨਹੀਂ ਸੀ ਮਾਰ ਸਕਦਾ, ਇੰਨੀ ਜ਼ਿਆਦਾ ਸਖਤੀ ਅਦਾਲਤ ਦੇ ਬਾਹਰ ਕੀਤੀ ਗਈ ਸੀ। ਹੁਣ ਅਦਾਲਤ ਨੇ ਇਸ ਦਾ 11 ਦਿਨ ਦਾ ਰਿਮਾਂਡ ਦਿੱਤਾ ਹੈ। NIA ਹੁਣ ਇਸ ਤੋਂ ਹੋਰ ਪੁੱਛਗਿੱਛ ਕਰੇਗੀ ਤੇ ਜਿਸ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਸਾਡਾ ਪ੍ਰੋਗਰਾਮ ਲਾਈਵ ਹੈ ਜੀ, ਸਾਡੇ ਨੰਬਰਸ ਲਗਾਤਾਰ ਫਲੈਸ਼ ਹੋ ਰਹੇ ਨੇ। ਤੁਸੀਂ ਇਹਨਾਂ ਨੰਬਰਸ ਤੇ ਕਾਲ ਕਰਕੇ ਆਪਣੀ ਰਾਏ ਦੇ ਸਕਦੇ ਹੋ, ਕਿਉਂਕਿ ਕਈ ਸਵਾਲ ਖੜੇ ਹੁੰਦੇ ਨੇ ਕਿ ਲਾਰੈਂਸ ਬਿਸ਼ਨੋਈ ਦਾ ਹੁਣ ਜੋ ਕੰਮ ਹੈ ਉਹ ਬੰਦ ਹੋ ਜਾਏਗਾ ਕਿ ਲਾਰੈਂਸ ਗੈਂਗ ਦਾ ਸਫਾਇਆ ਹੋ ਜਾਏਗਾ, ਕਿਉਂਕਿ ਪਾਵਰ ਸੈਂਟਰ ਅਨਮੋਲ ਬਿਸ਼ਨੋਈ ਦਾ ਸਵਿਚ ਆਫ ਹੋ ਗਿਆ ਹੈ। ਕਿ NIA ਨੂੰ ਪੁੱਛਗਿੱਛ ਦੌਰਾਨ ਕੋਈ ਜਵਾਬ ਮਿਲੇਗਾ? ਵਿਦੇਸ਼ ਕਿਸ ਤਰ੍ਹਾਂ ਦੇ ਨਾਲ ਬਚਿਆ, ਕਿਹਦਾ ਸਹਾਰਾ ਇਸ ਨੂੰ ਵਿਦੇਸ਼ ਦੇ ਵਿੱਚ ਰਿਹਾ, ਤੇ ਆਖਰ ਅਮਰੀਕਾ ਦੇ ਵਿੱਚ ਕਿਵੇਂ ਪ੍ਰਸ਼ਾਸਨ ਦੇ ਅੜਿੱਕੇ ਆ ਗਿਆ ਤੇ ਇਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਕੇ ਉੱਥੋਂ ਵਾਪਸ ਭੇਜ ਦਿੱਤਾ ਗਿਆ। ਤਾਂ ਇਥੋਂ ਸਪਸ਼ਟ ਹੈ ਕਿ ਅਮਰੀਕਾ ਦੇ ਵਿੱਚ ਗਾਈਡਲਾਈਨਸ ਬਹੁਤ ਸਖਤ ਨੇ। ਅਜਿਹੇ ਲੋਕ ਲੁਕਦੇ ਬਹੁਤ ਜਲਦੀ ਨੇ, ਭੱਜ ਜਾਂਦੇ ਨੇ ਦੂਸਰੇ ਦੇਸ਼ਾਂ ਦੇ ਵਿੱਚ, ਦੂਸਰੀਆਂ ਸਟੇਟਸ ਦੇ ਵਿੱਚ, ਪਰ ਇੱਧਰ ਫੜੇ ਨਹੀਂ ਜਾਂਦੇ ਤੇ ਉਧਰੋਂ ਫੜਿਆ ਗਿਆ। ਕੈਲੀਫੋਰਨੀਆ ਸਟੇਟ ਦੇ ਵੱਲੋਂ ਕਾਰਵਾਈ ਜਿਹੜੀ ਉਹ ਕੀਤੀ ਗਈ ਸੀ ਪਿਛਲੇ ਸਾਲ, ਤੇ ਹੁਣ ਇਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਕੇ ਇਸ ਨੂੰ ਵਾਪਸ ਭੇਜਿਆ ਗਿਆ ਹੈ। ਅਪਰਾਧੀਆਂ ਦੀ ਲਿਸਟ ਦੇ ਵਿੱਚ ਰੱਖਣ ਲਈ ਵੀ ਅਮਰੀਕਾ ਨੂੰ ਬੇਨਤੀ ਕੀਤੀ ਗਈ ਸੀ NIA ਦੇ ਵੱਲੋਂ। NIA ਦੇ ਵੱਲੋਂ ਇਸ ਤੇ 10 ਲੱਖ ਦਾ ਇਨਾਮ ਰੱਖਿਆ ਗਿਆ ਸੀ ਕਿ ਜੋ ਕੋਈ ਵੀ ਇਸ ਦਾ ਪਤਾ ਇੱਥੋਂ ਦੱਸੇਗਾ ਉਸ ਨੂੰ 10 ਲੱਖ ਰੁਪਏ ਦਾ ਇਨਾਮ ਹੈ ਜਿਹੜਾ ਉਹ ਦਿੱਤਾ ਜਾਏਗਾ। ਇਹ ਪਹਿਲਾਂ ਭਾਨੂ ਪ੍ਰਤਾਪ ਦੇ ਨਾਮ ਤੋਂ ਇਸਨੇ ਜਾਲੀ ਪਾਸਪੋਰਟ ਬਣਾਇਆ, ਫਿਰ ਇਹ ਨੇਪਾਲ ਭੱਜਿਆ ਇੱਥੋਂ ਦੀ, ਅਤੇ ਫਿਰ ਕੀਨੀਆ, ਤੇ ਕੀਨੀਆ ਤੋਂ ਹੁੰਦਾ ਹੋਇਆ ਅਮਰੀਕਾ ਉਡਾਰੀ ਮਾਰ ਗਿਆ ਸੀ। ਹੁਣ ਇਹ NIA ਦੇ ਹੱਥੇ ਆ ਗਿਆ ਹੈ ਜਦੋਂ ਇਸਨੂੰ ਅਮਰੀਕਾ ਨੇ ਬਾਹਰ ਕੱਢ ਦਿੱਤਾ। ਹੁਣ ਕੀ ਕਰੇਗਾ ਅਨਮੋਲ ਬਿਸ਼ਨੋਈ? ਕ੍ਰਾਈਮ ਕੁੰਡਲੀ ਕੀ ਵਾਕਿਆ ਹੀ ਖੁੱਲ ਪਾਏਗੀ? ਕਿਹੜੇ ਗੁਨਾਹ ਇਸਨੇ ਕੀਤੇ ਨੇ, ਕਿਵੇਂ ਅੰਜਾਮ ਦਿੱਤੇ ਜਾਂਦੇ ਸੀ। ਉਹ ਬਾਬਾ ਸਦੀਕੀ ਹੋਣ ਜਿਨ੍ਹਾਂ ਦਾ ਬੀਤੇ ਸਾਲ ਅਕਤੂਬਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜਦੋਂ ਉਹ ਆਪਣੇ ਆਫਿਸ ਤੋਂ ਬਾਹਰ ਆ ਰਹੇ ਸੀ। ਉਸ ਵਕਤ ਜ਼ਬਰਦਸਤ ਗੋਲੀਆਂ ਚਲਾਈਆਂ ਗਈਆਂ ਸੀ, ਇਸ ਦੀ ਵੀਡੀਓ ਵੀ ਸਾਹਮਣੇ ਆਈ ਸੀ। ਚਾਹੇ ਉਹ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ ਜੋ 2022 ਦੇ ਵਿੱਚ ਕੀਤਾ ਗਿਆ ਸੀ ਮਾਨਸਾ ਦੇ ਪਿੰਡ ਬੁਰਜ ਜਵਾਹਰ ਕੇ ਵਿਖੇ, ਜਦੋਂ ਉਹ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ। ਤਾਬੜਤੋੜ ਫਾਇਰਿੰਗ ਕੀਤੀ ਗਈ ਸੀ। ਉਸ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਕਈ ਲੋਕਾਂ ਨੂੰ ਚੁੱਕਿਆ ਸੀ। ਅਨਮੋਲ ਬਿਸ਼ਨੋਈ ਦੇ ਵੱਲੋਂ ਉਸਦਾ ਨਾਮ ਆ ਰਿਹਾ ਹੈ ਕਿ ਬੀਤੇ ਸਾਲ 4 ਅਪ੍ਰੈਲ ਨੂੰ ਉਹਨਾਂ ਦੇ ਵੱਲੋਂ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਤੇ ਵੀ ਫਾਇਰਿੰਗ ਕਰਵਾਈ ਗਈ ਸੀ ਤੇ ਉਸ ਨੂੰ ਜਾਨੋਂ ਮਾਰਨ ਲਈ ਧਮਕਾਇਆ ਗਿਆ ਸੀ। ਇੰਨਾ ਹੀ ਨਹੀਂ, ਰਾਜਸਥਾਨ ਦੇ ਰਹਿਣ ਵਾਲੇ ਰਾਜੂ ਛੇਹੜ ਦੇ ਕਤਲ ਦੇ ਵਿੱਚ ਵੀ ਇਸ ਦਾ ਨਾਮ ਹੈ। ਇੱਕ ਵਪਾਰੀ ਤੋਂ ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦਾ ਵੀ ਇਸ ਤੇ ਇਲਜ਼ਾਮ ਹੈ। ਕਈ ਤਰ੍ਹਾਂ ਦੇ ਨਸ਼ਿਆਂ ਦੇ ਸਿੰਡੀਕੇਟ ਦੇ ਨਾਲ ਵੀ ਜੁੜਿਆ ਹੋਣ ਦੇ ਇਲਜ਼ਾਮ ਦੋਨੋਂ ਹੀ ਭਰਾਵਾਂ ਤੇ ਨੇ। ਲਾਰੈਂਸ ਬਿਸ਼ਨੋਈ ਤੇ ਵੀ ਨੇ, ਅਨਮੋਲ ਬਿਸ਼ਨੋਈ ਤੇ ਵੀ ਨੇ, ਪਰ ਹੁਣ ਅਨਮੋਲ ਬਿਸ਼ਨੋਈ NIA ਦੇ ਕਾਬੂ 'ਚ ਹੈ ਅਤੇ NIA ਇਸ ਤੋਂ ਹੋਰ ਪੁੱਛਗਿੱਛ ਕਰੇਗੀ। ਫਾਜ਼ਿਲਕਾ ਦੇ ਪਿੰਡ ਦੁਤਾਰਾਂ ਵਾਲੀ ਦੇ ਰਹਿਣ ਵਾਲੇ ਨੇ। ਉੱਥੇ ਰਹਿਣ ਵਾਲੇ ਲੋਕ ਇਹਨਾਂ ਨੂੰ ਦੇਵਤਿਆਂ ਦੇ ਵਾਂਗੂ ਸਮਝਦੇ ਨੇ। 110 ਕਿੱਲੇ ਪੈਲੀ ਇਹਨਾਂ ਦੇ ਕੋਲ, ਤੇ ਉਸ ਪੈਲੀ ਦੇ ਉੱਪਰ ਅੱਧੇ ਤੋਂ ਜ਼ਿਆਦਾ ਪਿੰਡਾਂ ਦੇ ਲੋਕ ਖੇਤੀ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਨੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ
ਪਿੰਡ ਦੇ ਵਿੱਚ ਕਦੇ ਵੀ ਇਹਨਾਂ ਦੇ ਬਾਰੇ ਕੁਝ ਗਲਤ ਨਹੀਂ ਸੁਣਿਆ, ਨਾ ਇਹਨਾਂ ਨੇ ਕਦੇ ਪਿੰਡ ਦੇ ਵਿੱਚ ਗਲਤ ਕੀਤਾ ਹੈ। ਬਾਹਰ ਜਾ ਕੇ ਕਿਵੇਂ ਇਹ ਸਭ ਕੁਝ ਹੋ ਗਿਆ, ਇਸ ਦੇ ਬਾਰੇ ਉਹ ਨਹੀਂ ਜਾਣਦੇ ਨੇ। ਹੁਣ ਪਿੰਡ ਦੇ ਵਿੱਚ ਜੋ ਘਰ ਬਣਿਆ ਹੋਇਆ, ਉੱਥੇ ਫਿਲਹਾਲ ਕੋਈ ਨਹੀਂ ਹੈ, ਕਿਉਂਕਿ ਮਾਂ-ਬਾਪ ਕੁਝ ਸਾਲ ਪਹਿਲਾਂ ਹੀ ਇਹ ਰਾਜਸਥਾਨ ਚਲੇ ਗਏ ਸੀ, ਕਿਉਂਕਿ ਪਿੱਛੋਂ ਇਹ ਰਾਜਸਥਾਨ ਤੋਂ ਨੇ। ਬਿਸ਼ਨੋਈ ਸਮਾਜ ਰਾਜਸਥਾਨ ਤੋਂ ਹੀ ਆਉਂਦਾ ਹੈ ਤੇ ਕਈ ਥਾਵਾਂ ਤੇ ਉਹਨਾਂ ਨੇ ਪ੍ਰਵਾਸ ਕੀਤਾ ਹੈ। ਫਾਜ਼ਿਲਕਾ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਿਸ਼ਨੋਈ ਸਮਾਜ ਦੇ ਲੋਕ ਰਹਿੰਦੇ ਨੇ। ਅਨਮੋਲ ਤੇ ਲਾਰੈਂਸ ਵੀ ਬਿਸ਼ਨੋਈ ਸਮਾਜ ਦੇ ਹੀ ਲੋਕ ਨੇ, ਪਰ ਉਹ ਲੋਕ ਕਹਿੰਦੇ ਨੇ ਕਿ ਸਾਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ। ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਕਿਉਂਕਿ ਰਾਜਸਥਾਨ ਦੇ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਸਲਮਾਨ ਖਾਨ ਨੇ ਕੀਤਾ ਸੀ। ਅਜਿਹੇ ਇਲਜ਼ਾਮ ਜਿਹੜੇ ਸੀ, ਤੇ ਬਿਸ਼ਨੋਈ ਸਮਾਜ ਕਾਲੇ ਹਿਰਨਾਂ ਦੀ ਪੂਜਾ ਕਰਦਾ ਹੈ, ਤੇ ਅਜਿਹੇ ਦੇ ਵਿੱਚ ਬਿਸ਼ਨੋਈ ਸਮਾਜ ਦਾ ਗੁੱਸੇ ਦੇ ਵਿੱਚ ਆਇਆ ਸੀ। ਪਰ ਜਦੋਂ ਸਲਮਾਨ ਖਾਨ ਦੇ ਵੱਲੋਂ ਸ਼ਿਕਾਰ ਕੀਤਾ ਗਿਆ ਸੀ, ਜਦ ਇਹ ਸਭ ਕੁਝ ਹੋਇਆ, ਹੁਣ ਲਾਰੈਂਸ ਦੇ ਉੱਪਰ ਇਲਜ਼ਾਮ ਨੇ ਕਿ ਅਨਮੋਲ ਬਿਸ਼ਨੋਈ ਦੇ ਉੱਪਰ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਧਮਕਾਇਆ ਗਿਆ। ਪਰ ਜਦੋਂ ਸ਼ਿਕਾਰ ਕੀਤਾ ਗਿਆ ਤਦ ਅਨਮੋਲ ਬਿਸ਼ਨੋਈ ਦਾ ਜਨਮ ਨਹੀਂ ਸੀ ਹੋਇਆ ਤੇ ਲਾਰੈਂਸ ਮਹਿਜ਼ 4 ਸਾਲ ਦਾ ਸੀ। ਇਸ ਐਂਗਲ ਨੂੰ ਵੀ ਐਨਆਈਏ ਦੇ ਵੱਲੋਂ ਖੰਗਾਲਿਆ ਜਾ ਰਿਹਾ ਹੈ, ਪੂਰੇ ਹੀ ਐਂਗਲਸ ਨੂੰ ਖੰਗਾਲਿਆ ਜਾ ਰਿਹਾ ਹੈ। ਲਾਰੈਂਸ ਦੇ ਨਾਲ ਪੜਨ ਵਾਲੇ ਉਸਦੇ ਪਿੰਡ ਦੇ ਹੀ ਨੌਜਵਾਨ ਮੁੰਡੇ ਕਹਿੰਦੇ ਨੇ ਕਿ ਲਾਰੈਂਸ ਅਜਿਹਾ ਨਹੀਂ ਸੀ, ਉਸਦੇ ਵੱਲੋਂ ਕਦੇ ਅਜਿਹਾ ਨਹੀਂ ਕੀਤਾ ਗਿਆ ਸੀ। ਪਿੰਡ ਦੇ ਵਿੱਚ ਉਸਦੀ ਕੋਈ ਵੀ ਗਲਤ ਗਤੀਵਿਧੀ ਨਹੀਂ ਹੋਈ। ਅਨਮੋਲ ਬਿਸ਼ਨੋਈ ਨੇ ਕਦੇ ਅਜਿਹਾ ਨਹੀਂ ਕੀਤਾ, ਪਿੰਡ ਦੇ ਵਿੱਚ ਉਸਦੀ ਕੋਈ ਵੀ ਗਲਤ ਗਤੀਵਿਧੀ ਹੈ ਜਿਹੜੀ ਉਹ ਨਹੀਂ ਹੋਈ ਹੈ। ਪਰ ਇੰਨੇ ਵੱਡੇ ਕਾਂਡਾਂ ਨੂੰ ਅੰਜਾਮ ਦੇਣਾ ਆਪਣੇ ਆਪ ਦੇ ਵਿੱਚ ਨਹੀਂ ਹੋ ਜਾਂਦਾ। ਨਾਮ ਹੈ ਕਿ ਇਹਨਾਂ ਦੇ ਵੱਲੋਂ ਹੀ ਗੈਂਗ ਹੈ ਜਿਹੜਾ ਚਲਾਇਆ ਜਾਂਦਾ ਸੀ। ਇਹ ਕੈਟੇਗਰੀ ਦਾ ਲਾਰੈਂਸ ਬਿਸ਼ਨੋਈ ਨੂੰ ਗੈਂਗਸਟਰ ਰੱਖਿਆ ਗਿਆ ਹੈ। ਇਹਨਾਂ ਦੀਆਂ ਸ਼੍ਰੇਣੀਆਂ ਹੁੰਦੀਆਂ ਨੇ, ਸਰਕਾਰ ਦੇ ਵੱਲੋਂ, ਪੁਲਿਸ ਦੇ ਵੱਲੋਂ ਇਹਨਾਂ ਦੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਨੇ, ਕੈਟੇਗਰੀਜ਼ ਬਣਾਈਆਂ ਗਈਆਂ ਨੇ। ਲਾਰੈਂਸ ਬਿਸ਼ਨੋਈ ਨੂੰ ਇਹ ਕੈਟੇਗਰੀ ਦਾ ਗੈਂਗਸਟਰ ਦੱਸਿਆ ਗਿਆ, ਮਤਲਬ ਕਿ ਬੇਹੱਦ ਤੇ ਸਭ ਤੋਂ ਜ਼ਿਆਦਾ ਖੂੰਖਾਰ ਤੇ ਖਤਰਨਾਕ ਗੈਂਗਸਟਰ, ਜਿਸ ਦੇ ਵੱਲੋਂ ਕਤਲ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੋਵੇ। ਇਸੇ ਤਰ੍ਹਾਂ ਅਨਮੋਲ ਬਿਸ਼ਨੋਈ ਤੇ ਵੀ ਤਾਰ ਕਈ ਕਤਲਾਂ ਦੇ ਨਾਲ ਜੁੜੇ ਨੇ, ਕਈ ਗੁਨਾਹਾਂ ਦੇ ਨਾਲ ਜੁੜੇ ਨੇ। ਕੀ ਅਨਮੋਲ ਬਿਸ਼ਨੋਈ ਬਚ ਸਕੇਗਾ? ਕੀ ਕੋਈ ਰਸਤਾ ਹੈ ਅਨਮੋਲ ਬਿਸ਼ਨੋਈ ਨੂੰ ਬਚਾਉਣ ਦਾ? ਕਿ ਜੇਲ੍ਹ 'ਚ ਬੈਠਾ ਲਾਰੈਂਸ ਕੋਈ ਤਿਕੜਮ ਲੜਾ ਸਕਦਾ ਹੈ ਆਪਣੇ ਛੋਟੇ ਭਾਈ ਨੂੰ ਬਚਾਉਣ ਦੇ ਲਈ, ਜਾਂ ਫਿਰ ਲਾਰੈਂਸ ਵੀ ਤਾਉਮਰ ਦੇ ਲਈ ਹੁਣ ਜੇਲ੍ਹ ਦੇ ਵਿੱਚ ਹੀ ਰੋਟੀਆਂ ਖਾਵੇਗਾ, ਉੱਥੇ ਹੀ ਰਹੇਗਾ? ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਦਿੱਲੀ ਦੇ ਵਿੱਚ ਅਨਮੋਲ ਦੇ ਉੱਪਰ 20 ਦੇ ਕਰੀਬ ਅਪਰਾਧਿਕ ਮੁਕੱਦਮੇ ਦਰਜ ਨੇ। ਕਈਆਂ ਦੇ ਵਿੱਚ ਇਸ ਨੂੰ ਭਗੌੜਾ ਕਿਹਾ ਗਿਆ ਹੈ ਪੁਲਿਸ ਦੇ ਵੱਲੋਂ, ਤੇ ਐਨਆਈਏ ਦੇ ਵੱਲੋਂ ਇਸ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਕਿ ਜੋ ਕੋਈ ਵਿਅਕਤੀ ਵੀ ਇਸ ਸੰਬੰਧੀ ਜਾਣਕਾਰੀ ਦੇਗਾ ਉਸ ਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਉਸ ਨੂੰ 10 ਲੱਖ ਰੁਪਏ ਦਾ ਇਨਾਮ ਐਨਆਈਏ ਦੇ ਵੱਲੋਂ ਦਿੱਤਾ ਜਾਏਗਾ। ਪਿਛਲੇ ਸਾਲ ਕੈਲੀਫੋਰਨੀਆ ਸਟੇਟ ਦੇ ਵੱਲੋਂ ਇਸ ਦੀ ਅਰੈਸਟ ਪਾਈ ਗਈ ਸੀ ਤੇ ਐਕਸਟ੍ਰਾਡੀਸ਼ਨ ਦੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਸੀ ਕਿ ਭਾਰਤ ਨੂੰ ਐਕਸਟ੍ਰਾਡੀਟ ਕੀਤਾ ਜਾਵੇ, ਪਰ ਐਕਸਟ੍ਰਾਡੀਸ਼ਨ ਦੀ ਪ੍ਰਕਿਰਿਆ ਦੇ ਵਿੱਚ ਚੱਲਦੀ ਰਹਿ ਗਈ। ਟਰੰਪ ਦੇ ਨਵੇਂ ਲਾਅ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਟਾਫਟ ਅਮਰੀਕਾ ਤੋਂ ਬਾਹਰ ਦਾ ਰਸਤਾ ਵਿਖਾ ਦਿਓ, ਤੇ ਉਸੇ ਦੇ ਵਿੱਚ ਨਾਮ, ਉਸੇ ਫਹਿਰਿਸਤ ਵਿੱਚ ਨਾਮ ਆਇਆ ਅਨਮੋਲ ਬਿਸ਼ਨੋਈ ਦਾ, ਤੇ ਅਨਮੋਲ ਬਿਸ਼ਨੋਈ ਨੂੰ ਭਾਰਤ ਨੂੰ ਤੋੜ ਦਿੱਤਾ ਗਿਆ। ਜਿਵੇਂ ਹੀ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਤੇ ਅਨਮੋਲ ਬਿਸ਼ਨੋਈ ਪਹੁੰਚਿਆ ਤੇ ਐਨਆਈਏ ਨੇ ਇਸ ਨੂੰ ਚੱਕ ਲਿਆ ਅਤੇ ਸਿੱਧਾ ਅਦਾਲਤ ਲੈ ਗਈ, ਜਿੱਥੇ ਸਖਤ ਸਿਕਿਉਰਿਟੀ ਦੀ ਹੇਠ ਕੋਰਟ ਰੂਮ ਦੇ ਵਿੱਚ ਸੁਣਵਾਈ ਹੋਈ। ਤਾਂ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਵੱਲੋਂ ਉਸ ਨੂੰ 11 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਗਿਆ ਹੈ। ਫਿਲਹਾਲ ਇੱਕ ਛੋਟੇ ਜਿਹੇ ਵਕਫੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਗੇ ਚਰਚਾ ਵਧਾਉਂਦੇ ਹਾਂ। ਅੱਜ ਦੇ ਮੁੱਦੇ ਦਾ ਮੁੱਖ ਜੋ ਮਕਸਦ ਹੈ ਉਹ ਹੈ ਅਨਮੋਲ ਬਿਸ਼ਨੋਈ ਦੇ ਨਾਲ ਜੁੜੀਆਂ ਹੋਈਆਂ तमाम ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਉਣਾ। ਅਨਮੋਲ ਗ੍ਰਿਫਤਾਰ, ਕਿੱਥੋਂ ਤੱਕ ਜੁੜੇ ਤਾਰ। ਸਾਡਾ ਨੰਬਰ ਫਲੈਸ਼ ਹੋ ਰਿਹਾ, ਤੁਸੀਂ ਇਹਨਾਂ ਨੰਬਰ ਤੇ ਕਾਲ ਕਰਕੇ ਆਪਣੀ ਰਾਏ ਦੇ ਦਿਓ। ਤੁਹਾਡੀ ਰਾਏ ਬਹੁਤ ਜ਼ਰੂਰੀ ਹੈ, ਬੇਸ਼ਕੀਮਤੀ ਰਾਏ ਹੈ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤਾਂ ਅਨਮੋਲ ਬਿਸ਼ਨੋਈ ਨੂੰ ਬੀਤੇ ਦਿਨੀ ਅਰੈਸਟ ਕਰ ਲਿਆ ਗਿਆ ਇੰਟਰਨੈਸ਼ਨਲ ਇੰਦਰਾ ਗਾਂਧੀ 에ਅਰਪੋਰਟ ਦਿੱਲੀ ਤੋਂ। ਐਨਆਈਏ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ। ਉਹੀ ਐਨਆਈਏ ਜੋ ਲਗਾਤਾਰ ਮੋਸਟ ਵਾਂਟਡ ਗੈਂਗਸਟਰਸ ਨੂੰ ਲੱਭ ਰਹੀ ਸੀ। ਅਨਮੋਲ ਬਿਸ਼ਨੋਈ ਦੇ ਉੱਪਰ 10 ਲੱਖ ਦਾ ਇਨਾਮ ਸੀ। ਹੁਣ ਐਨਆਈਏ
कई तरह ਦੀਆਂ ਜਾਣਕਾਰੀਆਂ ਇਸ ਤੋਂ ਜਟਾਉਣ ਦੀ ਕੋਸ਼ਿਸ਼ ਕਰੇਗੀ ਕਿ ਇਸ ਦਾ ਗੈਂਗ ਚੱਲਦਾ ਕਿਵੇਂ ਸੀ, ਅਮਰੀਕਾ ਬੈਠ ਕੇ ਗੈਂਗ ਕਿਵੇਂ ਚਲਾਉਂਦਾ ਸੀ, ਔਰ ਇਹਨਾਂ ਨੂੰ ਫੰਡਿੰਗ ਕੌਣ ਕਰਦਾ ਸੀ, ਕੀ ਕਿਸੇ ਨੇਤਾ ਦਾ ਵੀ ਲਿੰਕ ਹੈ ਇਸ ਦੇ ਨਾਲ। ਇਹ ਸਾਰੀਆਂ ਚੀਜ਼ਾਂ ਨੂੰ, ਇਹ ਸਾਰੀਆਂ ਜਾਣਕਾਰੀਆਂ NIA ਦੇ ਵੱਲੋਂ ਜੁਟਾਈਆਂ ਜਾਣੀਆਂ ਨੇ। ਸਚਿਨ ਥਾਪਨ ਬਿਸ਼ਨੋਈ, ਗੋਲਡੀ ਬਰਾੜ ਦਾ ਸਭ ਕੁਝ ਦੇ ਵਿੱਚ ਕੀ ਰੋਲ ਹੈ, ਕੀ ਹੁਣ ਗੋਲਡੀ ਬਰਾੜ ਨੂੰ ਵੀ ਲੱਭ ਕੇ ਲਿਆਂਦਾ ਜਾਏਗਾ ਜਾਂ ਅਮਰੀਕਾ ਦੀ ਸਰਕਾਰ ਉਸ ਨੂੰ ਵੀ ਡਿਪੋਰਟ ਕਰੇਗੀ। ਇਸ ਨੂੰ ਤਾਂ ਡਿਪੋਰਟ ਕੀਤਾ ਗਿਆ ਕਿਉਂਕਿ ਇਹ ਜਾਲੀ ਪਾਸਪੋਰਟ ਦੇ ਸਹਾਰੇ ਅਮਰੀਕਾ ਗਿਆ ਸੀ। ਬੀਤੇ ਸਾਲ ਕੈਲੀਫੋਰਨੀਆ ਦੇ ਵਿੱਚ ਇਸ ਦੀ ਗ੍ਰਿਫਤਾਰੀ ਹੋਈ ਸੀ। ਇਹ ਤਦ ਟ੍ਰੇਸ ਹੋਇਆ ਜਦ ਇੱਕ ਵਿਆਹ ਸਮਾਗਮ ਦੇ ਵਿੱਚ ਨੱਚਦਾ ਵਿਖਾਈ ਦਿੱਤਾ ਸੀ। ਉਤੋਂ ਹੀ ਅਨਮੋਲ ਬਿਸ਼ਨੋਈ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸ਼ੁਰੂ ਹੋ ਗਿਆ ਤੇ ਹੁਣ ਅਨਮੋਲ ਬਿਸ਼ਨੋਈ NIA ਦੀ ਹਿਰਾਸਤ ਵਿੱਚ ਹੈ। NIA ਨੂੰ 11 ਦਿਨ ਦਾ ਰਿਮਾਂਡ ਮਿਲਿਆ ਹੈ ਤੇ 11 ਦਿਨ NIA ਇਸ ਤੋਂ ਪੁੱਛੇਗੀ, ਪੁੱਛਗਿੱਛ ਕਰੇਗੀ। ਕਈ ਤਰ੍ਹਾਂ ਦੇ ਤੱਥ ਸਾਹਮਣੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਆਪਣੇ ਗੈਂਗ ਨੂੰ ਚਲਾ ਰਹੇ ਸੀ, ਕਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਇੰਨੇ ਵਿਅਕਤੀ ਨੂੰ ਆਪਣੇ ਨਾਲ ਜੋੜਿਆ, ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਫੰਡਿੰਗ ਹੁੰਦੀ ਹੈ, ਫੰਡਿੰਗ ਕੌਣ ਕਰਦਾ ਹੈ, ਫੰਡਿੰਗ ਦਾ ਰਸਤਾ ਕੀ ਹੈ, ਕਿਹੜੀਆਂ ਵਾਰਦਾਤਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਿਲ ਹੈ। ਕਿ ਬਾਬਾ ਸਿੱਦੀਕੀ ਜਿਨ੍ਹਾਂ ਦਾ ਕਤਲ ਬੀਤੇ ਸਾਲ ਹੋਇਆ ਸੀ, ਗੋਲੀਆਂ ਮਾਰੀਆਂ ਗਈਆਂ ਸੀ ਜਦੋਂ ਉਹ ਆਪਣੇ ਆਫਿਸ ਤੋਂ ਬਾਹਰ ਆਏ ਸੀ, ਉਸ ਦੇ ਵਿੱਚ ਅਨਮੋਲ ਬਿਸ਼ਨੋਈ ਦਾ ਕੋਈ ਹੱਥ ਹੈ। ਆਪਣੇ ਭਰਾ ਦੇ ਨਾਲ ਗੱਲ ਕਿਵੇਂ ਕਰਦਾ ਸੀ, ਡਿਜੀਟਲ ਮੀਡੀਆ ਦੇ ਉੱਪਰ ਜਾਲੀ ID ਬਣਾ ਕੇ ਆਪਣੇ ਗਰੁੱਪ ਨੂੰ ਸੰਦੇਸ਼ ਦਿੰਦਾ ਸੀ। ਇਹ ਸਾਹਮਣੇ ਆਇਆ ਹੈ ਕਿ ਭਾਨੂ ਨਾਮ ਦੇ ਵਿਅਕਤੀ ਬਣ ਕੇ ਇਸ ਦੇ ਵੱਲੋਂ ਗੱਲਬਾਤ ਹੈ ਜਿਹੜੀ ਉਹ ਕੀਤੀ ਜਾਂਦੀ ਸੀ। ਜੇਕਰ ਕਿਸੇ ਨੂੰ ਪੈਸੇ ਟਕੇ ਦੀ ਲੋੜ ਹੁੰਦੀ ਸੀ ਤਾਂ ਇਹ ਪ੍ਰੋਵਾਈਡ ਕਰਵਾਉਂਦਾ ਸੀ ਦੇਸ਼ ਦੇ ਵਿੱਚ ਹੀ ਬੈਠ ਕੇ। ਤਾਂ ਕਈ ਵਾਰਦਾਤਾਂ ਦੇ ਵਿੱਚ ਇਸ ਦਾ ਨਾਮ ਬੋਲਦਾ ਹੈ, ਕੁਖਿਆਤ ਗੈਂਗਸਟਰ ਹੈ। ਵੀ ਦੇ ਕਰੀਬ ਅਪਰਾਧਿਕ ਕੇਸ ਇਸ ਤੇ ਦਰਜ ਨਹੀਂ। ਫਾਜ਼ਿਲਕਾ ਦੇ ਪਿੰਡ ਦਤਾਰਾਂ ਵਾਲੀ ਦਾ ਰਹਿਣ ਵਾਲਾ ਹੈ। ਹੁਣ ਦੋਨੋਂ ਹੀ ਭਰਾ ਜੇਲ੍ਹ ਦੇ ਵਿੱਚ ਨੇ। ਭਾਵੇਂ ਮਾਪੇ ਚਿੰਤਤ ਨੇ ਕਿ ਉਹਨਾਂ ਦੇ ਬੱਚੇ ਜੇਲ੍ਹ ਦੇ ਵਿੱਚ ਨੇ, ਪਰ ਇਹਨਾਂ ਦੋਹਾਂ ਭਰਾਵਾਂ ਦੀਆਂ ਜੋ ਕਰਮ ਕਾਂਡ ਨੇ ਉਹ ਵੀ ਕਿਸੇ ਤੋਂ ਲੁਕੇ ਨਹੀਂ ਨੇ। ਕਈ ਲੋਕਾਂ ਦੀ ਜਾਨ ਨੂੰ ਖਾ ਗਏ ਸੀ ਇਹ ਲੋਕ, ਕਈ ਲੋਕਾਂ ਦੀਆਂ ਕਤਲ ਦੀਆਂ ਵਾਰਦਾਤਾਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਤੇ ਕਈਆਂ ਤੋਂ ਰੰਗਦਾਰੀਆਂ ਮੰਗੀਆਂ ਗਈਆਂ। ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਸੀ। ਪਰ ਹੁਣ ਇਹ ਵੇਖਣਾ ਬੇਹੱਦ ਦਿਲਚਸਪ ਹੋਏਗਾ ਕਿ ਕਿਹੜੇ ਗੁਨਾਹ ਦੀ ਕੁੰਡਲੀ ਅਨਮੋਲ ਬਿਸ਼ਨੋਈ ਦੇ ਵੱਲੋਂ ਖੁੱਲੇਗੀ, ਕਿਹੜੇ ਗੁਨਾਹ ਦੀ ਜਾਣਕਾਰੀ ਅਨਮੋਲ ਬਿਸ਼ਨੋਈ ਸਾਂਝੀ ਕਰੇਗਾ। ਕਿ ਵਾਕਿਆ ਹੀ ਅਨਮੋਲ ਬਿਸ਼ਨੋਈ ਹੈ ਜੋ ਉਹ ਹੁਣ ਲਾਰੈਂਸ ਦਾ ਪਾਵਰ ਸੈਂਟਰ ਬਣ ਚੁੱਕਿਆ ਸੀ, ਕਿ ਉਸ ਦੇ ਕਹਿਣ ਤੇ ਸਭ ਕੁਝ ਹੁੰਦਾ ਸੀ। ਕਿਸ ਤਰ੍ਹਾਂ ਦੇ ਨਾਲ ਇਹ ਲੋਕ ਜਿਹੜੇ ਪ੍ਰੋਸੀਕਿਊਟ ਕਰਦੇ ਸੀ, ਐਕਸੀਕਿਊਟ ਕਰਦੇ ਸੀ ਸਾਰੀਆਂ ਚੀਜ਼ਾਂ ਨੂੰ, ਕਿਵੇਂ ਇਹ ਬਚਦੇ ਆ ਰਹੇ ਸੀ, ਕਦੋਂ ਤੋਂ ਕਰ ਰਹੇ ਸੀ, ਸਭ ਤੋਂ ਪਹਿਲੀ ਵਾਰਦਾਤ ਕਦੋਂ ਹੋਈ, ਕਿਵੇਂ ਇਹ ਅੱਗੇ ਵਧਦੇ ਗਏ, ਕਿਵੇਂ ਇੰਨਾ ਵੱਡਾ ਗੈਂਗ, ਇੰਨਾ ਵੱਡਾ ਸਿੰਡੀਕੇਟ ਇਹਨਾਂ ਨੇ ਬਣਾ ਲਿਆ। ਔਰ ਇਹਨਾਂ ਸਿੰਡੀਕੇਟ ਦੇ ਕਰੀਬ 1000 ਮੈਂਬਰ ਨੇ ਔਰ ਸਾਰੇ ਹੀ ਆਮ ਘਰਾਂ ਜਾਂ ਗਰੀਬ ਘਰਾਂ ਦੇ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਸਮੇਂ ਤੇ ਮਦਦ ਮੁਹੱਈਆ ਕਰਵਾਉਂਦਾ ਸੀ ਅਨਮੋਲ ਬਿਸ਼ਨੋਈ। ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਆਪਣੀ ਪਿੰਡ ਦੇ ਵਿੱਚ 110 ਕਿੱਲੇ ਜ਼ਮੀਨ ਹੈ, ਖੇਤੀਬਾੜੀ ਦਾ ਚੰਗਾ ਕਾਰੋਬਾਰ ਸੀ, ਪਿਤਾ ਪੁਲਿਸ ਦੇ ਵਿੱਚ ਸੀ, ਪਰ ਹੁਣ ਦੋਹੇ ਹੀ ਭਰਾ ਜੋ ਕ੍ਰਾਈਮ ਦੀ ਦੁਨੀਆ ਦੇ ਵਿੱਚ ਲਿਪਤ ਹੋ ਚੁੱਕੇ ਸੀ, ਉਹ ਹੁਣ ਦੋਵੇਂ ਹੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ। ਉਹਨਾਂ ਤੋਂ ਹੁਣ ਪੁੱਛਗਿੱਛ ਕੀਤੀ ਜਾਵੇਗੀ। ਪਰ ਕੀ ਹੁਣ ਕਹਿ ਸਕਦੇ ਹਾਂ ਕਿ ਲਾਰੈਂਸ ਗੈਂਗ ਦਾ ਸਫਾਇਆ ਹੋ ਗਿਆ? ਅਜਿਹਾ ਬਿਲਕੁਲ ਨਹੀਂ ਹੈ, ਕਿਉਂਕਿ ਹੋਰ ਵੀ ਕਈ ਸਾਰੇ ਲੋਕ ਨੇ ਜੋ ਲਾਰੈਂਸ ਦੇ ਗੈਂਗ ਨੂੰ ਅੱਗੇ ਵਧਾ ਰਹੇ ਨੇ, ਚਲਾ ਰਹੇ ਨੇ। ਭਾਵੇਂ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਦੋਵੇਂ ਹੀ ਹੁਣ ਜੇਲ੍ਹ ਦੇ ਵਿੱਚ ਨੇ, ਪਰ ਗੋਲਡੀ ਬਰਾੜ ਹੈ, ਸਚਿਨ ਥਾਪਨ ਹੈ, ਕਈ ਹੋਰ ਲੋਕ ਨੇ ਜੋ ਲਾਰੈਂਸ ਬਿਸ਼ਨੋਈ ਦੇ ਰਾਈਟ ਹੈਂਡ ਮੰਨੇ ਜਾਂਦੇ ਨੇ, ਜਿਨ੍ਹਾਂ ਤੋਂ ਬਿਨਾਂ ਲਾਰੈਂਸ ਸਾਹ ਨਹੀਂ ਸੀ ਲੈਂਦਾ। ਹਾਲਾਂਕਿ ਪਿੱਛੇ ਜੇ ਖਬਰਾਂ ਆਈਆਂ ਸੀ ਕਿ ਲਾਰੈਂਸ ਤੇ ਗੋਲਡੀ ਬਰਾੜ ਦੀ ਵਿਗੜ ਗਈ ਹੈ, ਪਰ ਬਾਅਦ ਵਿੱਚ ਖਬਰਾਂ ਆਈਆਂ ਕਿ ਸਭ ਮਸਲਾ ਸੁਲਝਾ ਲਿਆ ਗਿਆ ਹੈ। ਹੁਣ ਅਜਿਹਾ ਕੁਝ ਵੀ ਨਹੀਂ ਹੈ। ਇਹ ਗਰੁੱਪ ਜ਼ਿਆਦਾਤਰ ਉਦੋਂ ਸਾਹਮਣੇ ਆਇਆ ਪੰਜਾਬ ਦੇ ਵਿੱਚ ਜਦੋਂ ਇਹਨਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ। ਪਹਿਲਾਂ ਰੇਕੀ ਕਰਵਾਈ ਗਈ, ਫਿਰ ਬਾਹਰ ਦੇ ਜੋ ਗੈਂਗਸਟਰ ਨੇ ਉਹ ਸੱਦੇ ਗਏ, ਉਹਨਾਂ ਨੂੰ ਹਾਇਰ ਕੀਤਾ ਗਿਆ, ਉਹਨਾਂ ਨੂੰ ਪੈਸੇ ਦਿੱਤੇ ਗਏ ਅਤੇ ਬੁਰਜ ਜਵਾਹਰ ਕੇ ਵਿਖੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲੇ ਨੂੰ ਭੰਨਿਆ ਗਿਆ। ਫਿਰ ਉਸ ਤੋਂ ਬਾਅਦ ਪਿਛਲੇ ਸਾਲ ਬਾਬਾ ਸਿੱਦੀਕੀ ਦੇ ਜਦੋਂ ਕਤਲ ਹੁੰਦਾ ਹੈ, ਪੋਲੀਟੀਕਲ ਲੀਡਰ ਸੀ, ਜਦੋਂ ਉਹਨਾਂ ਦਾ ਕਤਲ ਹੋਇਆ ਤਾਂ ਉਸ ਤੋਂ ਬਾਅਦ ਇਹ ਗਰੁੱਪ ਨੇ ਜ਼ਿੰਮੇਵਾਰੀ ਲਈ। ਇਸ ਗਰੁੱਪ ਦਾ ਨਾਮ ਆਇਆ। ਫਿਰ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਹੋਈ, ਜਾਨੋਂ ਮਾਰਨ ਦੇ ਲਈ ਧਮਕੀਆਂ ਦਿੱਤੀਆਂ ਗਈਆਂ।
लगातार ਇਹ ਗਰੁੱਪ ਸਰਗਰਮ ਹੈ। ਰਾਜਸਥਾਨ ਚ ਰਾਜੂ ਠੇਹਰ ਦਾ ਕਤਲ ਹੋਇਆ। ਕਈ ਕਤਲ ਦੀਆਂ ਜ਼ਿੰਮੇਵਾਰੀਆਂ ਇਹਨਾਂ ਦੇ ਸਿਰ ਤੇ ਨੇ। ਹੁਣ ਵਾਕਿਆ ਹੀ ਕਿ ਅਨਮੋਲ ਬਿਸ਼ਨੋਈ ਕਿਸ ਦੇ ਕਹਿਣ ਤੇ ਸਭ ਕੁਝ ਕਰਦਾ ਸੀ, ਕਿਵੇਂ ਗੱਲਬਾਤ ਲਾਰੈਂਸ ਦੇ ਨਾਲ ਹੁੰਦੀ ਸੀ, ਕੀ ਕੁਝ ਕਨੈਕਸ਼ਨ ਹੈ, ਕਿੱਥੇ ਕਿੱਥੇ ਕੀ ਕੁਝ ਲੁਕਿਆ ਹੋਇਆ ਹੈ। ਹੁਣ ਇਹ ਸਾਹਮਣੇ ਆਵੇਗਾ ਕਿਉਂਕਿ ਲੋਕ ਵੀ ਜਾਣਨਾ ਚਾਹੁੰਦੇ ਨੇ, ਪੀੜਤ ਪਰਿਵਾਰ ਵੀ ਜਾਣਨਾ ਚਾਹੁੰਦੇ ਨੇ, ਜਿਨ੍ਹਾਂ ਦੇ ਘਰਾਂ ਦੇ ਜੀ ਇਹਨਾਂ ਨੇ ਖਾ ਲਏ, ਇਹਨਾਂ ਨੇ ਖੋਲੇ, ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਮੁਕਾਇਆ। ਜ਼ਿਸ਼ਾਨ ਸਦੀਕੀ ਨੇ ਪਿਛਲੇ ਦਿਨੀ ਮੀਡੀਆ ਜਾ ਕੇ ਆਖਿਆ ਸੀ ਕਿ ਉਹਨਾਂ ਨੂੰ ਅਮਰੀਕਾ ਤੋਂ ਵੱਲੋਂ ਇਨਪੁਟ ਦਿੱਤੀ ਗਈ ਹੈ ਕਿ ਅਨਮੋਲ ਬਿਸ਼ਨੋਈ ਨੂੰ ਭਾਰਤ ਭੇਜਿਆ ਜਾ ਰਿਹਾ ਹੈ, ਕਿਉਂਕਿ ਅਮਰੀਕਾ ਦੇ ਵਿੱਚ ਉਹਨਾਂ ਦੇ ਵੱਲੋਂ ਕਾਗਜ਼ ਲਾਏ ਹੋਏ ਸੀ ਤੇ ਇਸ ਲਈ ਸਮੇਂ-ਸਮੇਂ ਤੇ ਅਨਮੋਲ ਬਿਸ਼ਨੋਈ ਨਾਲ ਜੁੜੇ ਹੋਏ ਅਪਡੇਟਸ ਉਹਨਾਂ ਦੇ ਕੋਲ ਆਉਂਦੇ ਰਹਿੰਦੇ ਨੇ। ਤੇ ਉਹਨਾਂ ਨੇ ਵੀ ਆਸ ਪ੍ਰਗਟਾਈ ਹੈ ਕਿ ਹੁਣ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਪਿਤਾ ਨੂੰ ਇਨਸਾਫ ਮਿਲੇਗਾ, ਜਿਨ੍ਹਾਂ ਦਾ ਕਤਲ ਇਹਨਾਂ ਦੇ ਵੱਲੋਂ ਕੀਤਾ ਗਿਆ ਸੀ। ਕਈ ਵਾਰਦਾਤਾਂ, 20 ਦੇ ਕਰੀਬ ਅਪਰਾਧਕ ਮੁਕੱਦਮੇ, ਰੰਗਦਾਰੀਆਂ ਮੰਗਣਾ, ਫਰੌਤੀਆਂ ਮੰਗਣਾ ਇਹਨਾਂ ਦਾ ਕਾਰਜ ਰਿਹਾ ਹੈ। ਨਜਾਇਜ਼ ਅਸਲਾ ਰੱਖਣਾ, ਡਰੱਗ ਸਿੰਡੀਕੇਟ ਦੇ ਨਾਲ ਜੁੜੇ ਹੋਣ ਦੇ ਵੀ ਇਲਜ਼ਾਮ ਨੇ ਇਹਨਾਂ ਦੋਹਾਂ ਭਰਾਵਾਂ ਦੇ ਉੱਪਰ। ਹੁਣ ਐਨਆਈਏ ਇਹਨਾਂ ਤੋਂ ਪੁੱਛਗਿੱਛ ਕਰੇਗੀ, ਕਿੱਥੇ ਕਿੱਥੇ ਕੀ ਕੁਝ ਲੁਕਿਆ ਹੋਇਆ ਹੈ, ਕਿੱਥੇ ਕਿੱਥੇ ਕਿਹਦੇ ਨਾਲ ਤਾਰ ਜੁੜੇ ਹੋਏ ਨੇ। ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਵੀ ਕਹਿਣਾ ਹੈ ਕਿ ਉਮੀਦ ਹੈ ਜਿਹੜੀ ਕੁਝ ਆਸ ਇਨਸਾਫ ਦੀ ਜ਼ਰੂਰ ਬਚੀ ਹੈ, ਪਰ ਹੁਣ ਵੇਖਣਾ ਹੋਏਗਾ ਕਿ ਐਨਆਈਏ ਇਸ ਤੋਂ ਕੀ ਕੁਝ ਖੰਗਾਲ ਪਾਉਂਦੀ ਹੈ। ਕਿ ਵਾਕਿਆ ਹੀ ਅਨਮੋਲ ਬਿਸ਼ਨੋਈ ਹੁਣ ਸਦਾ ਲਈ ਜੇਲ੍ਹ ਦੇ ਵਿੱਚ ਗਿਆ, ਜਾਂ ਫਿਰ ਕੋਈ ਤਕੜਮਬਾਜ਼ੀ ਕਰਕੇ ਜੇਲ੍ਹ ਤੋਂ ਛੁੱਟ ਜਾਵੇਗਾ, ਜਾਂ ਫਿਰ ਉੱਥੋਂ ਫਰਾਰ ਹੋ ਜਾਏਗਾ। ਕਿਉਂਕਿ ਅਜਿਹਾ ਹੋਣਾ ਸਾਡੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਕੋਈ ਜੇਲ੍ਹ ਟੱਪ ਕੇ ਭੱਜ ਗਿਆ, ਕੋਈ ਜੇਲ੍ਹ ਤੋੜ ਕੇ ਭੱਜ ਗਿਆ, ਕਿਸੇ ਦਾ ਮੈਡੀਕਲ ਕਰਵਾਉਣ ਲਈ ਪੁਲਿਸ ਗਈ ਤਾਂ ਉੱਥੋਂ ਹੀ ਭੱਜ ਗਿਆ। ਪਰ ਹੁਣ ਕੀ ਅਨਮੋਲ ਬਿਸ਼ਨੋਈ, ਜਿਸ ਨੂੰ ਕੱਲ ਕਰੜੀ ਸੁਰੱਖਿਅਤ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਕਰੜੇ ਸਖਤ ਪਹਿਰੇ ਦੇ ਹੇਠ ਹੀ ਉਸਦੀ ਗ੍ਰਿਫਤਾਰੀ ਹੋਈ, ਉਸ ਦਾ ਕੀ ਬਣੇਗਾ? ਇਹ ਵੀ ਇੱਕ ਸਵਾਲ ਹੈ ਕਿ ਉਹ ਵੀ ਆਪਣੇ ਭਰਾ ਦੇ ਵਾਂਗ, ਲਾਰੈਂਸ ਬਿਸ਼ਨੋਈ ਦੇ ਵਾਂਗ ਹੀ ਜੇਲ੍ਹ ਦੇ ਵਿੱਚ ਰਹੇਗਾ। ਪਰ ਕਿਹੜੀ ਜੇਲ੍ਹ ਦੇ ਵਿੱਚ ਉਸਨੂੰ ਰੱਖਿਆ ਜਾਏਗਾ? ਕਿਉਂਕਿ ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਗੁਜਰਾਤ ਦੇ ਵਿੱਚ ਹੈ ਤੇ ਫਿਲਹਾਲ ਅਨਮੋਲ ਨੂੰ ਦਿੱਲੀ ਰੱਖਿਆ ਗਿਆ ਹੈ। ਐਨਆਈਏ ਉਸ ਤੋਂ ਪੁੱਛਗਿੱਛ ਕਰ ਰਹੀ ਹੈ, ਰਿਮਾਂਡ ਤੇ ਹੈ ਅਨਮੋਲ ਬਿਸ਼ਨੋਈ। ਤਾਂ ਕਈ ਵਾਰਦਾਤਾਂ, ਗੁੰਡਾਗਰਦੀ ਇਹਨਾਂ ਦੇ ਵੱਲੋਂ ਕੀਤੀ ਗਈ, ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਇਹਨਾਂ ਨੇ। ਪਰ ਹੁਣ ਉਹ ਲੋਕ ਕੌਣ ਨੇ ਜੋ ਇਹਨਾਂ ਦੇ ਗੈਂਗ ਨੂੰ ਚਲਾਉਣਗੇ? ਹੁਣ ਕਿਸ ਦੇ ਹੱਥ ਇਹਨਾਂ ਦੇ ਗੈਂਗ ਦੀ ਡੋਰ ਹੈ? ਕਿ ਗੋਲਡੀ ਬਰਾੜ ਚਲਾਏਗਾ? ਕਿ ਗੋਲਡੀ ਬਰਾੜ ਦੇ ਫੜੇ ਜਾਣ ਦੀ ਕੋਈ ਉਮੀਦ ਹੈ? ਕਿਉਂਕਿ ਜਦੋਂ ਵੀ ਉਹ ਆਪਣੀ ਕੋਈ ਵੀਡੀਓ ਪਾਉਂਦਾ ਹੈ ਤਾਂ ਆਪਣਾ ਮੂੰਹ ਲੁਕੋ ਕੇ, ਮੂੰਹ ਕਵਰ ਕਰਕੇ ਹੀ ਪਾਉਂਦਾ ਹੈ। ਅਜਿਹੇ ਦੇ ਵਿੱਚ ਉਸਦੀ ਪਹਿਚਾਣ ਵੀ ਔਖੀ ਹੈ। ਸਿਰਫ ਇੱਕ ਹੀ ਫੋਟੋ ਹੈ ਜੋ ਵਾਰ-ਵਾਰ ਸਰਕੂਲੇਟ ਹੁੰਦੀ ਹੈ ਕਿ ਇਹੀ ਗੋਲਡੀ ਬਰਾੜ ਹੈ। ਤਾਂ ਕਈ ਵਾਰ ਉਸਨੇ ਆਪਣੀ ਇੱਕ ਵੀਡੀਓ ਬਣਾ ਕੇ ਵੀ ਸਾਂਝੀ ਕੀਤੀ ਹੈ, ਉਸਨੇ ਕੁਝ ਚੀਜ਼ਾਂ ਦੱਸਣ ਦੀ ਕੋਸ਼ਿਸ਼ ਵੀ ਕੀਤੀ ਹੈ। ਹੁਣ ਕਿਸ ਤਰ੍ਹਾਂ ਦੇ ਨਾਲ ਚੀਜ਼ਾਂ ਅੱਗੇ ਵਧਣਗੀਆਂ? ਕੀ ਐਨਆਈਏ ਨੂੰ ਇੰਨਾ ਭਰੋਸਾ ਹੈ ਕਿ ਉਹ ਸਾਰੇ ਰਾਜ਼ ਉਗਲਵਾ ਲਏਗੀ ਅਨਮੋਲ ਬਿਸ਼ਨੋਈ ਤੋਂ? ਕੀ ਇੰਨਾ ਈਜ਼ੀ ਹੈ ਕਿ ਜੇਲ੍ਹ 'ਚ ਬੈਠਾ ਲਾਰੈਂਸ ਕੋਈ ਤਿਕੜਮ ਨਹੀਂ ਲੜਾਏਗਾ ਕਿ ਉਸਦੇ ਭਰਾ ਤੋਂ ਰਾਜ਼ ਉਗਲਵਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ? ਕਈ ਸਾਰੀਆਂ ਚੀਜ਼ਾਂ, ਕਈ ਸਵਾਲ ਖੜੇ ਹੋ ਰਹੇ ਨੇ ਇਹਨਾਂ ਸਭ ਨੂੰ ਲੈ ਕੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੱਸਿਆ ਜ਼ਰੂਰ ਕਰੋ। ਤੁਹਾਡੇ ਨੰਬਰਸ ਫਲੈਸ਼ ਹੋ ਰਹੇ ਨੇ ਲਗਾਤਾਰ। ਅਨਮੋਲ ਬਿਸ਼ਨੋਈ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੈ, 25-26 ਸਾਲ ਦੀ ਇਸਦੀ ਉਮਰ ਹੈ, ਜੋ ਅਪਰਾਧ ਦੀ ਦੁਨੀਆ ਦੇ ਵਿੱਚ ਹੈ। ਫਿਲਹਾਲ ਇੱਕ ਛੋਟੇ ਜਿਹੇ ਵਕਫੇ ਲਈ ਰੁਕਾਂਗੇ। ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਵਧਾਵਾਂਗੇ, ਚਰਚਾ ਅੱਗੇ ਵਧਾਵਾਂਗੇ। ਅਨਮੋਲ ਬਿਸ਼ਨੋਈ ਦੀ ਗੱਲਬਾਤ ਅਸੀਂ ਕਰ ਰਹੇ ਹਾਂ, ਜਿਸ ਦੀ ਬੀਤੇ ਦਿਨੀ ਗ੍ਰਿਫਤਾਰੀ ਹੋਈ ਹੈ ਕੋਰਟ ਦੇ ਵਿੱਚ। ਜਦੋਂ ਅਨਮੋਲ ਬਿਸ਼ਨੋਈ ਨੂੰ ਲਿਜਾਇਆ ਗਿਆ ਤਾਂ ਬੰਦ ਕਮਰਾ ਉਸਦੀ ਸੁਣਵਾਈ ਕੀਤੀ ਗਈ। ਪ੍ਰੋਗਰਾਮ ਸਾਡਾ ਲਾਈਵ ਹੈ ਜੀ, ਸਾਡੇ ਨੰਬਰਸ ਫਲੈਸ਼ ਹੋ ਰਹੇ ਨੇ। ਤੁਸੀਂ ਇਹਨਾਂ ਨੰਬਰਸ ਤੇ ਕਾਲ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ। ਸਾਰੇ ਸਵਾਲ ਵੀ ਨਾਲੋਂ ਨਾਲ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਚੱਲ ਰਹੇ ਨੇ। ਇਹਨਾਂ ਸਵਾਲਾਂ ਨੂੰ ਲੈ ਕੇ ਤੁਸੀਂ ਆਪਣੀ ਰਾਏ ਸਾਡੇ ਤੱਕ ਪਹੁੰਚਾ ਸਕਦੇ ਹੋ। ਤਾਂ ਅਨਮੋਲ ਬਿਸ਼ਨੋਈ ਹੁਣ ਐਨਆਈਏ ਦੀ ਗ੍ਰਿਫਤ ਵਿੱਚ ਨੇ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਗ੍ਰਿਫਤ ਵਿੱਚ ਹੈ ਅਨਮੋਲ ਬਿਸ਼ਨੋਈ, ਜਿਸ ਤੋਂ ਕਈ ਚੀਜ਼ਾਂ ਅਗਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਸਿੰਡੀਕੇਟ ਕੰਮ ਕਿਵੇਂ ਕਰਦਾ ਹੈ, ਇਹਨਾਂ ਦੀ ਫਾਈਨੈਂਸ਼ੀਅਲ ਹੈਲਪ ਕਿਵੇਂ ਹੁੰਦੀ ਸੀ, ਕਿਸ ਤਰ੍ਹਾਂ ਦੇ ਨਾਲ ਇਹ ਲੋਕਾਂ ਨੂੰ ਟਾਰਗੇਟ ਕਰਕੇ ਲੱਭਿਆ ਕਰਦਾ ਸੀ, ਕਿਸ ਤਰ੍ਹਾਂ ਦੇ ਨਾਲ ਟਾਰਗੇਟ ਲਈ ਕਿਲਿੰਗਸ ਨੂੰ ਅੰਜਾਮ ਦਿੱਤਾ ਜਾਂਦਾ ਸੀ। ਇੱਥੋਂ ਤੱਕ ਕਿ
ਅਨਮੋਲ ਬਿਸ਼ਨੋਈ ਦੇ ਲਿੰਕ ਬੱਬਰ ਖਾਲਸਾ ਖਾਲਿਸਤਾਨੀ ਫਰੰਟ ਦੇ ਨਾਲ ਵੀ ਜੋੜੇ ਜਾ ਰਹੇ ਨੇ। ਉਹਨਾਂ ਚੀਜ਼ਾਂ ਨੂੰ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ਼ਾਨ ਸਦੀਕੀ ਦੇ ਕਹੇ ਦੇ ਮੁਤਾਬਕ ਅਨਮੋਲ ਬਿਸ਼ਨੋਈ ਦਾ ਕੋਈ ਰੋਲ ਉਸਦੇ ਪਿਤਾ ਬਾਬਾ ਸਦੀਕੀ ਦੇ ਕਤਲ ਦੇ ਵਿੱਚ ਰਿਹਾ ਹੈ, ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਉਸਦਾ ਕੋਈ ਰੋਲ ਰਿਹਾ ਹੈ? ਜੇਕਰ ਰਿਹਾ ਹੈ ਤਾਂ ਉਹ ਇਹ ਸਭ ਕਿਸ ਦੇ ਕਹਿਣ ਤੇ ਕਰ ਰਿਹਾ ਸੀ ਤੇ ਕਿਉਂ ਕਰ ਰਿਹਾ ਸੀ? ਇਹ ਉਹ तमाम ਸਵਾਲ ਨੇ ਜੋ NIA ਦੇ ਵੱਲੋਂ ਹੁਣ ਪੁੱਛੇ ਜਾਣਗੇ। ਹਾਲਾਂਕਿ ਉਹ ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹਨਾਂ ਦੇ ਵੱਲੋਂ ਜ਼ਿਆਦਤੀ ਕੀਤੀ ਗਈ, ਉਹਨਾਂ ਨੂੰ ਜ਼ਰੂਰ ਕੁਝ ਰਾਹਤ ਦਾ ਸਾਹ ਮਿਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਇਨਸਾਫ ਦੀ, ਨਿਆਂ ਦੀ ਉਮੀਦ ਵੱਜ ਗਈ ਹੈ ਕਿ ਉਹਨਾਂ ਨੂੰ ਨਿਆਂ ਜ਼ਰੂਰ ਮਿਲੇਗਾ ਕਿ ਤਾਉਮਰ ਹੀ ਦੋਵੇਂ ਭਰਾ ਜੇਲ੍ਹ ਦੇ ਵਿੱਚ ਸੜਨਗੇ, ਜੇਲ੍ਹ ਦੇ ਵਿੱਚ ਰਹਿਣਗੇ ਜਾਂ ਫਿਰ ਕਿਸੇ ਤਰੀਕੇ ਬਾਹਰ ਆ ਸਕਦੇ ਨੇ। ਕੋਈ ਤਰੀਕਾ ਹੈ ਜੇਕਰ ਬਾਹਰ ਆਉਂਦੇ ਨੇ ਪੈਰੋਲ ਤੇ ਜਾਂ ਕਿਸੇ ਵੀ ਤਰੀਕੇ ਦੇ ਨਾਲ, ਕੀ ਅਜਿਹਾ ਪੋਸੀਬਲ ਹੈ ਕਿ ਭੱਜ ਨਹੀਂ ਜਾਣਗੇ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਭਾਰਤ ਦੀਆਂ ਜੇਲ੍ਹਾਂ ਦੇ ਵਿੱਚੋਂ ਕੈਦੀ ਭੱਜ ਜਾਇਆ ਕਰਦੇ ਨੇ, ਜਾਂ ਫਿਰ ਜਦੋਂ ਪੁਲਿਸ ਇਹਨਾਂ ਨੂੰ ਮੈਡੀਕਲ ਕਰਵਾਉਣ ਲਈ ਲੈ ਕੇ ਜਾਂਦੀ ਹੈ ਤਦ ਵੀ ਭੱਜ ਜਾਂਦੇ ਨੇ, ਜਾਂ ਇਹਨਾਂ ਦੇ ਸਾਥੀ ਇਹਨਾਂ ਨੂੰ ਛੁਡਵਾ ਕੇ ਭੱਜ ਲਿਆ ਕਰਦੇ ਨੇ ਤੇ ਪੁਲਿਸ ਹੱਥ ਮਲਦੀ ਰਹਿ ਜਾਂਦੀ ਹੈ। ਕਿ ਅਨਮੋਲ ਬਿਸ਼ਨੋਈ ਕੁਝ ਅਜਿਹਾ ਕਰ ਸਕਦਾ ਹੈ? ਕੀ ਅਜਿਹਾ ਪੋਸੀਬਲ ਹੈ? ਬਹੁਤ ਸਾਰੇ ਲਿੰਕਸ ਨੇ ਜਿਹੜੇ ਇਸ ਦੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੱਥੇ ਕਿੱਥੇ ਇਹਨਾਂ ਦਾ ਸੰਜੀਕੇਟ ਜੁੜਿਆ ਹੋਇਆ ਹੈ, ਕਿਵੇਂ ਕੰਮ ਕਰਦਾ ਹੈ, ਕਿਵੇਂ ਸਲਮਾਨ ਖਾਨ ਤੱਕ ਪਹੁੰਚੇ, ਕਿਵੇਂ ਉਸ ਨੂੰ ਧਮਕਾਇਆ, ਕਿਵੇਂ ਮੂਸੇਵਾਲੇ ਦਾ ਕਤਲ ਕਰਵਾਇਆ, ਕਿਵੇਂ ਜ਼ਿਸ਼ਾਨ ਸਦੀਕੀ ਦਾ ਕਤਲ ਕਰਵਾਇਆ, ਕਿਵੇਂ ਰਾਜੂ ਠੇਠ ਜੋ ਰਾਜਸਥਾਨ ਦਾ ਰਹਿਣ ਵਾਲਾ ਹੈ ਉਸ ਦਾ ਕਤਲ ਕਰਵਾਇਆ। ਇਸ ਤੋਂ ਇਲਾਵਾ ਕਿੱਥੋਂ ਕਿੱਥੋਂ ਰੰਗਦਾਰੀਆਂ ਫਰੋਖਤੀਆਂ ਮੰਗੀਆਂ, ਕਿਹਦਾ ਕਤਲ ਕੀਤਾ, ਕਿਵੇਂ ਅਮਰੀਕਾ ਭੱਜਿਆ, ਉੱਥੇ ਕਿਸ ਦੇ ਸਹਾਰੇ ਰਿਹਾ, ਕਿਵੇਂ ਇਸ ਨੂੰ ਫੰਡਿੰਗ ਹੁੰਦੀ ਹੈ। ਇਹ ਉਹ तमाम ਸਵਾਲਾਂ ਦੇ ਜਵਾਬ NIA ਤੋਂ ਲਾਏਗੀ ਹੁਣ। ਪਰ ਕੀ ਪੋਸਿਬਿਲਿਟੀ ਹੈ ਕਿ ਅਨਮੋਲ ਆਪਣੀ ਜ਼ੁਬਾਨ ਖੋਲੇਗਾ ਜਾਂ ਫਿਰ ਝੂਠ ਬੋਲੇਗਾ? ਦਰਅਸਲ ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ। 25-26 ਸਾਲ ਦੀ ਇਸ ਦੀ ਉਮਰ ਹੈ ਤੇ ਲਾਰੈਂਸ 32 ਕੁ ਸਾਲ ਦਾ ਹੈ। ਲਾਰੈਂਸ ਪਿਛਲੇ ਕੁਝ ਸਮੇਂ ਤੋਂ ਜੇਲ੍ਹ ਦੇ ਵਿੱਚ ਹੈ ਤੇ ਅਨਮੋਲ ਅਮਰੀਕਾ ਦੀ ਜੇਲ੍ਹ ਦੇ ਵਿੱਚ ਸੀ। ਗੈਰ ਕਾਨੂੰਨੀ ਪ੍ਰਵਾਸੀ ਦੇ ਤੌਰ ਤੇ ਇਸ ਦੀ ਗ੍ਰਿਫਤਾਰੀ ਕੀਤੀ ਗਈ ਸੀ। ਜਾਲੀ ਫਰਜ਼ੀ ਡਾਕੂਮੈਂਟਸ ਦੇ ਆਧਾਰ ਤੇ ਇਹ ਅਮਰੀਕਾ ਦੀ ਧਰਤੀ ਤੇ ਗਿਆ ਸੀ। ਕੈਲੀਫੋਰਨੀਆ ਸਟੇਟ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਇਸੇ ਤਰੀਕੇ ਕੀਤੀ ਗਈ ਸੀ। ਹਾਲਾਂਕਿ ਭਾਰਤ ਵੱਲੋਂ ਹਵਾਲਗੀ ਦੀ ਪ੍ਰਕਿਰਿਆ ਆਰੰਭੀ ਗਈ ਸੀ ਪਰ ਉਸ ਨੂੰ ਸਮਾਂ ਲੱਗ ਰਿਹਾ ਸੀ। ਅਸਲੀ ਗੈਰ ਕਾਨੂੰਨੀ ਪ੍ਰਵਾਸੀ ਦੀ ਫਹਿਰਿਸਤ ਵਿੱਚ ਅਨਮੋਲ ਦਾ ਵੀ ਨਾਮ ਆਇਆ ਤੇ ਇਸ ਨੂੰ ਰਿਪੋਰਟ ਕਰਕੇ 200 ਲੋਕਾਂ ਦੇ ਸਣੇ ਭਾਰਤ ਭੇਜ ਦਿੱਤਾ ਗਿਆ। ਅਨਮੋਲ ਬਿਸ਼ਨੋਈ ਦੇ ਨਾਲ 200 ਜਣੇ ਹੋਰ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਹੈ ਜੋ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਅਮਰੀਕਾ ਦੀ ਧਰਤੀ ਤੇ ਗਏ ਸੀ। ਜਿਵੇਂ ਹੀ ਅਨਮੋਲ ਬਿਸ਼ਨੋਈ ਆਇਆ ਤਾਂ ਉਸ ਨੂੰ NIA ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਕੋਰਟ ਦੇ ਵਿੱਚ ਲਿਜਾਇਆ ਗਿਆ ਡਾਇਰੈਕਟਲੀ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ, ਜਿੱਥੇ ਉਸ ਤੋਂ ਕਈ ਤਰ੍ਹਾਂ ਦੇ ਸਵਾਲ ਵੀ ਹੋਏ। ਬੰਦ ਕਮਰਾ ਸੁਣਵਾਈ ਹੋਈ। ਜਦੋਂ ਅਨਮੋਲ ਬਿਸ਼ਨੋਈ ਨੂੰ ਕੋਰਟ ਲਿਜਾਇਆ ਗਿਆ, ਜਦੋਂ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਕੋਰਟ ਰੂਮ ਦੇ ਵਿੱਚ ਸੁਣਵਾਈ ਹੁੰਦੀ ਰਹੀ ਤੇ ਬਾਅਦ ਵਿੱਚ ਜਦੋਂ ਤੱਕ NIA ਉਸ ਨੂੰ ਆਪਣੇ ਨਾਲ ਨਹੀਂ ਲੈ ਗਈ, ਦਿੱਲੀ ਦੀਆਂ ਸੜਕਾਂ ਸ਼ੌਣੀ ਦੇ ਵਿੱਚ ਤਬਦੀਲ ਰਹੀਆਂ। ਸਖਤ ਸਿਕਿਉਰਿਟੀ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ। ਇੰਤਜ਼ਾਮ ਇੰਨੇ ਸਖਤ ਸੀ ਕਿ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ। ਹੁਣ ਕਈ ਸਵਾਲਾਂ ਦੇ ਜਵਾਬ ਅਨਮੋਲ ਬਿਸ਼ਨੋਈ ਦੇਗਾ ਜਾਂ ਫਿਰ ਲੜਾਏਗਾ ਕੋਈ ਤਿਕੜਮਬਾਜ਼ੀ ਜਾਂ ਬਚ ਜਾਏਗਾ। ਅਜਿਹਾ ਪੋਸੀਬਲ ਦੂਰ ਤੱਕ ਨਹੀਂ ਲੱਗ ਰਿਹਾ ਹੈ ਕਿ ਅਨਮੋਲ ਬਿਸ਼ਨੋਈ ਬਚ ਸਕੇਗਾ। ਭਰਾ ਲਾਰੈਂਸ ਬਿਸ਼ਨੋਈ ਪਹਿਲਾਂ ਹੀ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਹੈ। ਹੁਣ ਅਨਮੋਲ ਨੂੰ ਵੀ ਫੜ ਲਿਆ ਗਿਆ ਹੈ, ਉਸ ਤੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। NIA ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਇੱਕ ਲਿਸਟ ਜਾਰੀ ਕੀਤੀ ਗਈ ਸੀ ਉਹਨਾਂ ਗੈਂਗਸਟਰਸ ਦੀ ਜੋ ਦੇਸ਼ ਦੀ ਧਰਤੀ ਤੇ ਜਾ ਕੇ ਲੁਕ ਗਏ ਸੀ, ਜਿਨ੍ਹਾਂ ਨੂੰ ਫੜਾਉਣ ਦੇ ਲਈ 10-10 ਲੱਖ ਦਾ ਇਨਾਮ NIA ਦੇ ਵੱਲੋਂ ਰੱਖਿਆ ਗਿਆ ਸੀ। ਤੇ ਉਸੇ ਸੂਚੀ ਦੇ ਵਿੱਚ ਅਨਮੋਲ ਬਿਸ਼ਨੋਈ ਗੋਲਡੀ ਬਰਾੜ ਦਾ ਨਾਮ ਵੀ ਸੀ। ਅਨਮੋਲ ਬਿਸ਼ਨੋਈ ਤੇ ਵੀ 10 ਲੱਖ ਰੁਪਏ ਦਾ ਇਨਾਮ NIA ਦੇ ਵੱਲੋਂ ਰੱਖਿਆ ਗਿਆ ਸੀ। ਇਹ ਤਦ ਟਰਨਿੰਗ ਪੁਆਇੰਟ ਅਨਮੋਲ ਬਿਸ਼ਨੋਈ ਦੀ ਜ਼ਿੰਦਗੀ ਦਾ ਸ਼ੁਰੂ ਹੋਇਆ ਜਦੋਂ ਅਮਰੀਕਾ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਨੱਚਦਾ ਨਜ਼ਰ ਆਇਆ ਸੀ। ਤਦੇ ਤੋਂ ਹੀ ਇਸ ਨੂੰ ਟ੍ਰੇਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਗਈ ਸੀ। ਪਰ ਕੀ ਵਾਕਿਆ ਹੀ ਇਹਨਾਂ ਸਾਰੀਆਂ ਵਾਰਦਾਤਾਂ ਦੇ ਵਿੱਚ ਅਨਮੋਲ ਦਾ ਕੋਈ ਹੱਥ ਹੈ? ਇਹ ਹੁਣ ਖੰਗਾਲੇ ਜਾਣਗੇ ਸਾਰੇ ਹੀ ਤੱਥ। ਪੁਲਿਸ NIA ਦੇ ਵੱਲੋਂ ਜਾਣਕਾਰੀਆਂ ਇਕੱਤਰ ਕੀਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਕਈ ਹੋਰ ਵੀ ਵੱਡੇ ਖੁਲਾਸਿਆਂ ਦੀ ਸੰਭਾਵਨਾ बढ़ती ਹੋਈ NIA ਨੂੰ ਨਜ਼ਰ ਆ ਰਹੀ ਹੈ। ਕਤਲ ਚਾਹੇ ਬਾਬਾ ਸਦੀਕੀ ਦਾ ਬੰਬਈ ਦੇ ਵਿੱਚ ਕੀਤਾ ਗਿਆ ਹੋਵੇ ਜਾਂ ਸਿੱਧੂ ਮੂਸੇਵਾਲਾ ਮਾਨਸਾ ਦੇ ਵਿੱਚ ਕਤਲ ਕੀਤਾ ਗਿਆ ਹੋਵੇ, ਰਾਜਸਥਾਨ 'ਚ ਰਾਜੂ ਛੇਹੜ ਦਾ ਕਤਲ ਹੋਵੇ, ਜਾਂ ਫਿਰ ਲੁਧਿਆਣਾ ਦੇ ਇੱਕ ਵਪਾਰੀ ਤੋਂ ਕਰੋੜਾਂ ਰੁਪਏ ਦੀ ਰੰਗਦਾਰੀ ਮੰਗੀ ਗਈ ਹੋਵੇ। ਦਰਅਸਲ ਇਹ ਚਲਾਉਂਦੇ ਕਿਵੇਂ ਸੀ ਸਭ ਕੁਝ? ਇਹ ਫੋਨ ਦੇ ਜ਼ਰੀਏ ਹੀ ਬਾਹਰ ਬੈਠੇ ਸਭ ਕੁਝ ਹੈਂਡਲ ਕਰ ਰਹੇ ਸੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਵਿਦੇਸ਼ 'ਚ ਬੈਠਾ
ਅਨਮੋਲ ਬਿਸ਼ਨੋਈ ਉੱਥੇ ਹੀ ਸਭ ਕੁਝ ਜਾਲੀ ਆਈਡੀ ਦੇ ਰਾਹੀਂ ਹੈਂਡਲ ਕਰ ਰਿਹਾ ਸੀ। ਜਾਲੀ ਆਈਡੀ ਦੇ ਰਾਹੀਂ ਆਪਣੇ ਗਰੁੱਪ ਨੂੰ ਕਮਾਂਡ ਦਿੰਦਾ ਸੀ। ਜਾਲੀ ਆਈਡੀ ਤੋਂ ਹੀ ਜਿਹੜੀ ਸਹਾਇਤਾ ਉਹ ਕੀਤੀ ਜਾਂਦੀ ਸੀ। ਲੋਜਿਸਟਿਕਲ ਸਹਾਇਤਾ ਵੀ ਇਹਨਾਂ ਦੇ ਵੱਲੋਂ ਪ੍ਰੋਵਾਈਡ ਕਰਵਾਈ ਜਾਂਦੀ ਸੀ ਕਿ ਇਹਨਾਂ ਦਾ ਕੋਈ ਸਾਥੀ ਫਸ ਨਾ ਜਾਵੇ, ਕੋਈ ਮਾੜਾ ਸਮਾਂ ਨਾ ਦੇਖੇ। ਪਰ ਅਜਿਹੇ ਦੇ ਵਿੱਚ ਕੀ ਹੋਣ, ਸਾਰੀ ਕ੍ਰਾਈਮ ਕੁੰਡਲੀ NIA ਖੰਗਾਲ ਪਾਏਗੀ, ਸਾਰੇ ਰਾਜ਼ ਉਗਲਵਾ ਪਾਏਗੀ। ਇਹ ਇੱਕ ਵੱਡਾ ਸਵਾਲ ਹੈ ਜਿਹੜਾ ਹੈ ਬਣਿਆ ਹੋਇਆ ਹੈ। ਕ੍ਰਾਈਮ ਦੀ ਦੁਨੀਆ ਦੇ ਵਿੱਚ ਇਹ ਸ਼ੁਰੂਆਤ ਤੋਂ ਨਹੀਂ ਸੀ। ਪਰਿਵਾਰ ਪੁਲਿਸ ਬੈਕਗ੍ਰਾਉਂਡ ਦਾ ਹੈ। ਪੁਲਿਸ ਬੈਕਗ੍ਰਾਉਂਡ ਦੇ ਨਾਲ ਇਹਨਾਂ ਦਾ ਜੀਵਨ ਜੁੜਿਆ ਹੋਇਆ ਹੈ। ਪਿਤਾ ਪੁਲਿਸ ਇੰਸਪੈਕਟਰ ਸੀ ਲਵਿੰਦਰ ਸਿੰਘ, ਤੇ ਜਦੋਂ ਲਾਰੈਂਸ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਇਆ ਤਾਂ ਉਸਨੇ ਪ੍ਰਧਾਨਗੀ ਲਈ ਚੋਣਾਂ ਲੜੀਆਂ ਤੇ ਉਹ ਹਾਰ ਗਿਆ। ਇੱਥੋਂ ਹੀ ਉਹ ਗੈਂਗਸਟਰਵਾਦ ਦੇ ਨਾਲ ਜੁੜ ਗਿਆ। ਫਿਰ ਜਦੋਂ ਉਹ ਜੇਲ੍ਹ ਚਲਾ ਗਿਆ ਤੇ ਐਂਟਰੀ ਉਸਦੇ ਭਰਾ ਅਨਮੋਲ ਬਿਸ਼ਨੋਈ ਦੀ ਹੋਈ। ਉਸ ਦੀਆਂ ਪੈੜਾਂ ਤੇ ਚੱਲਦਾ ਗਿਆ ਤੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਸ਼ਾਮਲ ਹੋ ਗਿਆ। A+ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕੈਟਾਗਰੀ ਉਹ ਕੈਟਾਗਰੀ ਹੈ ਜੋ ਕੁਖਿਆਤ ਗੈਂਗਸਟਰਾਂ ਦੀ ਸ਼੍ਰੇਣੀ ਹੁੰਦੀ ਹੈ, ਭਾਵ ਕਿ ਇੱਕ ਬੇਹੱਦ ਖਤਰਨਾਕ ਗੈਂਗਸਟਰ ਜੋ ਕਿਸੇ ਵੇਲੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ, ਉਸ ਸ਼੍ਰੇਣੀ ਦੇ ਵਿੱਚ ਲਾਰੈਂਸ ਨੂੰ ਤੇ ਰੱਖਿਆ ਹੀ ਗਿਆ ਹੈ। ਹੁਣ ਅਨਮੋਲ ਤੋਂ ਵੀ ਪੁੱਛਗਿੱਛ ਕੀਤੀ ਜਾਏਗੀ। ਆਖਰ ਅਨਮੋਲ ਦਾ ਹੋਵੇਗਾ ਕੀ, ਉਸਦੇ ਮਾਪੇ ਕੀ ਸੋਚਦੇ ਨੇ, ਪਿੰਡ ਦੇ ਕੀ ਸੋਚਦੇ ਨੇ। ਮਾਪਿਆਂ ਨੇ ਤਾਂ ਕਹਿਣਾ ਹੀ ਹੁੰਦਾ ਕਿ ਉਹਨਾਂ ਦਾ ਪੁੱਤਰ ਹੈ, ਅਜਿਹਾ ਨਹੀਂ ਹੋ ਸਕਦਾ ਹੈ। ਪਰ ਮਾਪੇ ਦਤਾਰਾਂ ਵਾਲੀ ਤੋਂ ਰਾਜਸਥਾਨ ਜੈਪੁਰ ਚਲੇ ਗਏ ਨੇ ਕੁਝ ਸਾਲ ਪਹਿਲੇ, ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਉਸ ਤੋਂ ਕਰੀਬ 2 ਸਾਲ ਪਹਿਲਾਂ ਉੱਥੇ ਕੋਈ ਨਹੀਂ ਰਹਿੰਦਾ ਹੁਣ, ਜੋ ਪਿੰਡ ਦਤਾਰਾਂ ਵਾਲੀ ਦੇ ਵਿੱਚ ਇਹਨਾਂ ਦਾ ਘਰ ਹੈ। ਉੱਥੇ ਕੁਝ ਰਿਸ਼ਤੇਦਾਰ ਬਿਸ਼ਨੋਈ ਸਮਾਜ ਦੇ ਜ਼ਰੂਰ ਲੋਕ ਰਹਿੰਦੇ ਨੇ ਤੇ ਬਿਸ਼ਨੋਈ ਸਮਾਜ ਕਹਿ ਰਿਹਾ ਹੈ ਕਿ ਲਾਰੈਂਸ ਅਜਿਹਾ ਨਹੀਂ ਕਰ ਸਕਦਾ। ਉਹਨਾਂ ਜਿਹੜੇ ਰਿਸ਼ਤੇਦਾਰ ਦਤਾਰਾਂ ਵਾਲੇ ਚ ਰਹਿੰਦੇ ਨੇ ਕਿ ਅਜਿਹਾ ਲਾਰੈਂਸ ਤੇ ਅਨਮੋਲ ਕੁਝ ਨਹੀਂ ਕਰ ਸਕਦੇ ਨੇ। ਵਾਰ-ਵਾਰ ਪੁੱਛਣ ਤੇ ਵੀ ਉਹਨਾਂ ਨੇ ਇਹੀ ਆਖਿਆ ਕਿ ਉਹ ਸ਼ਰੀਫ ਤੇ ਨੇਕ ਇਨਸਾਨ ਸੀ, ਅਜਿਹਾ ਨਹੀਂ ਹੋ ਸਕਦਾ। ਪਰ ਕਤਲ ਦੀਆਂ ਵਾਰਦਾਤਾਂ, ਸਮਗਲਿੰਗ, ਡਰਗ ਸਮਗਲਿੰਗ ਚ ਵੀ ਇਹਨਾਂ ਦਾ ਨਾਮ ਆ ਰਿਹਾ ਹੈ ਕਿ ਵੱਡੇ ਟਰੱਕ ਸਿੰਡੀਕੇਟ ਦੇ ਨਾਲ ਵੀ ਲਾਰੈਂਸ ਜੁੜਿਆ ਹੋਇਆ ਤੇ ਲਾਰੈਂਸ ਦੇ ਜੇਲ੍ਹ ਚ ਹੋਣ ਤੇ ਚਲਦਿਆਂ ਪੂਰੀ ਨਿਗਰਾਨੀ ਅਨਮੋਲ ਬਿਸ਼ਨੋਈ ਕਰ ਰਿਹਾ ਸੀ। ਸੱਚਾਈ ਕੀ ਹੈ, ਇਹ ਤਾਂ ਹੁਣ NIA ਹੀ ਦੱਸੇਗੀ ਅਨਮੋਲ ਬਿਸ਼ਨੋਈ ਤੋਂ ਸੱਚ ਕਢਵਾਉਣ ਤੋਂ ਬਾਅਦ ਕਿ ਸੱਚਾਈ ਕੀ ਹੈ, ਕਿ ਵਾਕਿਆ ਹੀ ਸੱਚ ਦੀ ਤਹਿ ਤੱਕ NIA ਪਹੁੰਚ ਸਕੇਗੀ। ਇਹ ਅਜਿਹਾ ਹੈ, ਪੋਸੀਬਿਲਿਟੀ ਹੈ। ਜੇਕਰ ਪੁਲਿਸ ਚਾਹੇ ਤਾਂ ਕੋਈ ਵੀ ਰਾਜ਼ ਉਗਲਵਾਇਆ ਜਾ ਸਕਦਾ ਹੈ। ਇਹ ਵੀ ਸੱਚ ਹੈ। ਹੁਣ ਜਦੋਂ ਸਮਾਂ ਹੈ ਸਭ ਕੁਝ ਜਾਣਨ ਦਾ, ਤਾਂ ਕੀ ਇਹ ਪੋਸੀਬਲ ਹੈ ਕਿ ਸਾਰੀਆਂ ਚੀਜ਼ਾਂ ਸਮੇਂ ਸਿਰ ਨਿਕਲ ਕੇ ਸਾਹਮਣੇ ਆਉਣ ਤੇ ਉਹਨਾਂ ਲੋਕਾਂ ਨੂੰ ਇਨਸਾਫ ਮਿਲੇ ਜਿਹੜੇ ਮਾਰੇ ਗਏ ਨੇ, ਉਹਨਾਂ ਪੀੜਤਾਂ ਨੂੰ ਇਨਸਾਫ ਮਿਲੇ ਜੋ ਆਪਣਿਆਂ ਦੇ ਲਈ ਹਾਲੇ ਤੱਕ ਰੋ ਰਹੇ ਨੇ, ਚਾਹੇ ਉਹ ਜ਼ੀਸ਼ਾਨ ਸਦੀਕੀ ਨੇ, ਚਾਹੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ, ਉਸਦੀ ਮਾਤਾ ਚਰਨ ਕੌਰ ਹੈ, ਜਾਂ ਫਿਰ ਉਹਨਾਂ ਦੇ ਚਾਹੁਣ ਵਾਲੇ ਨੇ, ਜਾਂ ਫਿਰ ਰਾਜੂ ਟੇਂਟ ਦੇ ਪਰਿਵਾਰ ਨੇ, ਜਾਂ ਫਿਰ ਉਹਨਾਂ ਲੋਕਾਂ ਦੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਗਰੁੱਪ ਬਾਜ਼ੀ ਦੇ ਚੱਲਦਿਆਂ, ਗੈਂਗ ਬਾਜ਼ੀ ਦੇ ਚੱਲਦਿਆਂ ਇਹਨਾਂ ਨੇ ਇੱਕ ਦੂਜੇ ਨੂੰ ਮਾਰ ਮੁਕਾਇਆ। ਬੱਬੀਹਾ ਗੈਂਗ ਦੇ ਕਈ ਲੋਕਾਂ ਨੂੰ ਮਾਰਿਆ ਗਿਆ। ਬੱਬੀਹਾ ਗੈਂਗ ਦੇ ਵੱਲੋਂ ਇਹਨਾਂ ਦੇ ਕਈ ਲੋਕਾਂ ਨੂੰ ਮਾਰਿਆ ਗਿਆ। ਪਰ ਕੀ ਹੁਣ ਸਰਗਰਮ ਗਰੁੱਪ ਦਾ ਇਹੋ ਸੀ ਦੇਸ਼ ਭਰ ਦੇ ਵਿੱਚ। ਦੇਸ਼ ਭਰ ਦੇ ਵਿੱਚ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਡਰੱਗ ਸਿੰਡੀਕੇਟ ਚਲਾਉਣ ਤੱਕ ਦੀਆਂ ਵੀ ਗੱਲਾਂ ਹੋਈਆਂ। ਬੱਬਰ ਖਾਲਸਾ ਇੰਟਰਨੈਸ਼ਨਲ ਖਾਲਿਸਤਾਨੀ ਜੋ ਵਿੰਗ ਬਣਿਆ ਹੋਇਆ ਉਸਦੇ ਨਾਲ ਜਿਹੜੇ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਤੇ NIA ਇਹ ਵੀ ਜਾਂਚ ਕਰ ਰਹੀ ਹੈ ਕਿ ਅਨਮੋਲ ਬਿਸ਼ਨੋਈ ਬੱਬਰ ਖਾਲਸਾ ਫਰੰਟ ਦੇ ਨਾਲ ਜੁੜਿਆ ਹੋਇਆ ਹੈ। ਕੀ ਅਜਿਹੀ ਗੱਲ ਸਾਹਮਣੇ ਆਈ ਹੈ ਕਿ ਬੱਬਰ ਖਾਲਸਾ ਵਾਕਿਆ ਹੀ ਜੁੜਿਆ ਹੋਇਆ ਹੈ? ਬੱਬਰ ਖਾਲਸਾ ਫਰੰਟ ਦੇ ਨਾਲ ਅਨਮੋਲ ਬਿਸ਼ਨੋਈ ਦਾ ਕੋਈ ਨਾਤਾ ਹੈ? ਇਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹੁਣ ਵੇਖਣਾ ਹੋਏਗਾ ਕਿ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ, ਕਿਸ ਦੇ ਆਧਾਰ ਤੇ ਮੁਕੱਦਮੇ ਚੱਲਣਗੇ, ਕਦੋਂ ਤੱਕ ਇਸ ਨੂੰ ਸਜ਼ਾ ਮੁਕਰਰ ਹੋਵੇਗੀ, ਕਿਉਂਕਿ ਭਾਰਤੀ ਸਿਸਟਮ ਹੈ ਭਾਰਤੀ ਅਦਾਲਤਾਂ ਦਾ ਕਿ ਲੰਮੀ ਸੁਣਵਾਈ ਹੈ ਜਿਹੜੀ ਚੱਲਦੀ ਹੈ। ਫਾਸਟ ਟਰੈਕ ਜ਼ਰੂਰ ਕੁਝ ਜਲਦੀ ਹੈ ਜਿਹੜਾ ਸੰਭਵ ਹੋ ਜਾਂਦਾ ਹੈ, ਕਿਉਂਕਿ ਪ੍ਰਕਿਰਿਆ ਸਾਰੀ ਹੀ ਪੂਰੀ ਕਰਨੀ ਪੈਂਦੀ ਹੈ, ਚਾਹੇ ਉਹ ਗਵਾਹੀਆਂ ਦੀ ਹੋਵੇ ਜਾਂ ਲਿਖਤੀ ਐਵੀਡੈਂਸ ਹੋਣ ਜਾਂ ਜ਼ੁਬਾਨੀ ਐਵੀਡੈਂਸ ਹੋਣ। ਉਹ ਸਾਰੀਆਂ ਜਿਹੜੀਆਂ ਨੇ ਕਾਰਵਾਈਆਂ ਪੂਰੀਆਂ ਕਰਨੀਆਂ ਹੀ ਪੈਂਦੀਆਂ ਨੇ। ਉਸ ਤੋਂ ਬਾਅਦ ਜਾ ਕੇ ਹੀ ਕਿਸੇ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਕਿ ਅਨਮੋਲ ਬਿਸ਼ਨੋਈ ਦੇ ਕੋਲ ਕੋਈ ਰਾਹ ਬਚਿਆ ਹੈ ਖੁਦ ਨੂੰ ਬਚਾਉਣ ਦਾ, ਆਪਣੇ ਭਰਾ ਲਾਰੈਂਸ ਨੂੰ ਬਚਾਉਣ ਦਾ, ਤਾਂ ਲਾਰੈਂਸ ਦੇ ਕੋਲ ਕੋਈ ਰਸਤਾ ਬਚਿਆ ਹੈ
ਅਜਿਹੇ ਦੇ ਵਿੱਚ ਦੋਹੇ ਭਰਾ ਹੁਣ ਕੀ ਕਰਨਗੇ, ਕਿਉਂਕਿ ਦੋਹੇ ਦੂਰ ਕਰ ਦਿੱਤੇ ਗਏ ਨੇ। ਉਸਨੂੰ ਵੱਖਰੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਤੇ ਅਨਮੋਲ ਨੂੰ ਵੱਖਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ। ਇਕੱਠੇ ਇਹਨਾਂ ਨੂੰ ਨਹੀਂ ਰੱਖਿਆ ਗਿਆ ਹੈ। ਫਿਲਹਾਲ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। ਐਨਆਈਏ ਸਖਤੀ ਦੇ ਨਾਲ ਪੁੱਛਗਿੱਛ ਕਰੇਗੀ। ਐਨਆਈਏ ਨੇ ਵਾਅਦਾ ਕੀਤਾ ਹੈ ਲੋਕਾਂ ਦੇ ਨਾਲ ਤੇ ਦਾਅਵਾ ਵੀ ਕੀਤਾ ਹੈ ਕਿ ਜਿੰਨੇ ਅਪਰਾਧਕ ਮੁਕੱਦਮੇ ਦਰਜ ਨੇ ਉਸ ਤੋਂ ਵੱਧ ਜਾਣਕਾਰੀ ਲੱਭ ਕੇ ਲਿਆਂਦੀ ਜਾਵੇਗੀ ਤਾਂ ਕਿ ਵਾਕਿਆ ਹੀ ਅਸਲੀਅਤ ਸਾਹਮਣੇ ਆਏਗੀ, ਕਿ ਵਾਕਿਆ ਹੀ ਕਤਲਾਂ ਦੇ ਰਾਜ਼ ਸਾਹਮਣੇ ਆਉਣਗੇ, ਕਿ ਸੱਚ ਸਾਹਮਣੇ ਆਵੇਗਾ। ਇਹ ਵੇਖਣਾ ਬੇਹੱਦ ਦਿਲਚਸਪ ਬਣਿਆ ਹੋਇਆ ਹੈ। ਕਿਉਂ ਇਹਨਾਂ ਦੇ ਵੱਲੋਂ ਕੁਝ ਲੋਕਾਂ ਨੂੰ ਮੌਤ ਤੇ ਘਾਟ ਉਤਾਰਿਆ ਗਿਆ? ਕੀ ਰੰਗਦਾਰੀ ਹੀ ਵਜ੍ਹਾ ਰਹੀ ਜਾਂ ਕੋਈ ਪਰਸਨਲ ਪ੍ਰੋਬਲਮ, ਪਰਸਨਲ ਰੰਜਿਸ਼ ਵੀ ਇਹਨਾਂ ਦੀ ਰਹੀ ਹੈ? ਇਹ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ। ਚਾਹੇ ਬਾਬਾ ਸਿੱਦੀਕੀ ਦਾ ਕਤਲ ਕੀਤਾ ਗਿਆ ਹੋਵੇ, ਬਾਬਾ ਸਿੱਦੀਕੀ ਦਾ ਕਤਲ ਕਿਉਂ ਕੀਤਾ ਗਿਆ, ਇਸ ਨੂੰ ਉਗਲਵਾਉਣ ਦੇ ਲਈ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਹੋਏਗੀ। ਸਿੱਧੂ ਮੂਸੇਵਾਲਾ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਵੱਲੋਂ ਜਿਹੜਾ ਉਹ ਵਿੱਕੀ ਮਿੰਟੂ ਖੇੜਾ ਜੋ ਲਾਰੈਂਸ ਦਾ ਖਾਸ ਸੀ ਉਸ ਦਾ ਕਤਲ ਕਰਵਾਇਆ ਗਿਆ। ਉਹ ਇੱਕ ਵਜ੍ਹਾ ਵਿਖਾਈ ਦਿੰਦੀ ਸੀ। ਤਾਂ ਜ਼ਿਸ਼ਾਨ ਸਦੀਕੀ ਪੁੱਛਦਾ ਕਿ ਮੇਰੇ ਬਾਪ ਦਾ ਕਤਲ ਕਰਨ ਦੀ ਵਜ੍ਹਾ ਕੀ ਸੀ, ਕਿਹਦੇ ਕਹਿਣ ਤੇ ਕੀਤਾ ਗਿਆ, ਕਿਉਂ ਕੀਤਾ ਗਿਆ, ਕੀ ਇਸ ਦੀ ਵਜ੍ਹਾ ਜਿਹੜੀ ਉਹ ਸਾਹਮਣੇ ਆਵੇਗੀ? ਇਹ ਵੀ ਵੇਖਣਾ ਹੋਏਗਾ। ਇੰਤਜ਼ਾਰ ਹਲੇ ਥੋੜਾ ਕਰਨਾ ਪਏਗਾ, ਕਿਉਂਕਿ ਜਿਹੜਾ ਰਿਮਾਂਡ ਆ ਉਹ 11 ਦਿਨ ਦਾ ਤੇ ਰਿਮਾਂਡ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ ਜਾਂ ਫਿਰ ਅਨਮੋਲ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾ ਸਕਦਾ ਹੈ, ਜਿਸ ਦੀ ਹਾਲੇ ਸੰਭਾਵਨਾ ਘੱਟ ਲੱਗ ਰਹੀ ਹੈ। ਜੇਕਰ ਐਨਆਈਏ ਹੋਰ ਰਿਮਾਂਡ ਦੀ ਮੰਗ ਕਰੇਗੀ ਤਾਂ ਅਦਾਲਤ ਤੇ ਨਿਰਭਰ ਹੈ ਕਿ ਅਦਾਲਤ ਕੀ ਰੁਖ ਅਖਤਿਆਰ ਕਰਦੀ ਹੈ, ਅਦਾਲਤ ਕੀ ਡਿਸੀਜਨ ਇਸ ਪੂਰੇ ਘਟਨਾਕ੍ਰਮ ਤੋਂ ਵਿੱਚ ਲਏਗੀ, ਪੂਰੇ ਕੇਸ ਦੇ ਵਿੱਚ ਲਏਗੀ। ਜਿਵੇਂ ਹੀ ਅਮਰੀਕਾ ਤੋਂ ਬੈਠਿਆ ਤਾਂ ਇੱਧਰ ਤਾਰਾਂ ਖੜਕ ਗਈਆਂ, ਤਾਂ 에ਅਰਪੋਰਟ ਤੇ ਸਖਤੀ ਵਧਾ ਦਿੱਤੀ ਗਈ। ਜਿਵੇਂ ਹੀ ਜਹਾਜ਼ ਚੋਂ ਉਤਰਿਆ ਅਨਮੋਲ ਬਿਸ਼ਨੋਈ ਤਾਂ ਐਨਆਈਏ ਨੇ ਇਸ ਨੂੰ ਫੜ ਲਿਆ ਤੇ ਆਪਣੇ ਨਾਲ ਲੈ ਗਈ। ਸੜਕਾਂ ਤੇ ਪੂਰੀ ਸਿਕਿਉਰਿਟੀ ਤੈਨਾਤ ਕੀਤੀ ਗਈ, ਰਸਤੇ ਤੇ ਜਿਹੜੇ ਰਸਤੇ ਲੰਘਣਾ ਸੀ। ਕੋਰਟ ਰੂਮ ਦੇ ਵਿੱਚ ਪੂਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ। ਬੰਦ ਕਮਰੇ ਦੇ ਵਿੱਚ ਅਨਮੋਲ ਬਿਸ਼ਨੋਈ ਦੀ ਸੁਣਵਾਈ ਹੋਈ ਹੈ। ਪਟਿਆਲਾ ਹਾਊਸ ਕੋਰਟ ਦੇ ਵਿੱਚ ਅਨਮੋਲ ਨੂੰ ਪੇਸ਼ ਕੀਤਾ ਗਿਆ ਸੀ। ਤਾਂ ਹੁਣ ਜਿਹੜੀ ਹੈ ਜਾਂਚ ਪੜਚੋਲ ਬਰੀਕੀ ਦੇ ਨਾਲ ਕੀਤੀ ਜਾਵੇਗੀ। ਕਿਹੜੇ ਕਿਹੜੇ ਗੁਨਾਹ ਨੇ, ਕਿਵੇਂ ਕਿਵੇਂ ਕੀਤੇ ਨੇ, ਉਹ ਰਾਜ਼ ਸਾਹਮਣੇ ਆਉਣਗੇ। ਹੁਣ ਗੁਨਾਹਗਾਰ ਕਾਬੂ ਹੈ, ਸਲਾਖਾਂ ਦੇ ਪਿੱਛੇ ਹੈ, ਦੋਵੇਂ ਹੀ ਭਰਾ ਸਲਾਖਾਂ ਦੇ ਪਿੱਛੇ ਨੇ। ਹੁਣ ਵੇਖਣਾ ਹੋਏਗਾ ਕਿ ਕਿਸ ਤਰ੍ਹਾਂ ਦੇ ਨਾਲ ਐਨਆਈਏ ਕੰਮ ਕਰਦੀ ਹੈ, ਕੀ ਤਰੀਕਾ ਇਹਨਾਂ ਤੋਂ ਰਾਜ਼ ਉਗਲਵਾਉਣ ਦਾ ਅਪਣਾਉਂਦੀ ਹੈ, ਕਿ ਵਾਕਿਆ ਹੀ ਹੁਣ ਹੋਰ ਵੱਡੀਆਂ ਵਾਰਦਾਤਾਂ ਦੇ ਲਿੰਕ ਵੀ ਸਾਹਮਣੇ ਆਉਣਗੇ। ਫਿਲਹਾਲ ਅੱਜ ਦੇ ਲਈ ਇੰਨਾ ਹੀ। ਤੁਸੀਂ ਬਣੇ ਰਹੋ ਜਸਟ ਟੀਵੀ ਨਾਲ। ਇਜਾਜ਼ਤ ਦਿਓ। ਧੰਨਵਾਦ।